ਆਪਾਂ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਦੀ। ਸ਼ੁਰੂ ਕਰਦੇ ਹਾਂ ਬਾਬਾ ਫਰੀਦ ਜੀ। ਉਸ ਤੋਂ ਅੱਗੇ ਫਰੀਦ ਜਿਹੜਾ ਸ਼ਬਦ ਹੈ ਉਹਦਾ ਅਰਥ ਹੈ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹਦਾ ਅਰਥ ਹੈ ਇਕੱਲਾ, ਅਦਿੱਤਯ, ਔਰ ਜੇ ਪੰਜਾਬੀ ਚ ਕਹੀਏ ਅਦੁੱਤੀ, ਬੇਮਿਸਾਲ, ਯਕਤਾ, ਯਕਤਾ ਯਗਾਨਾ। ਯਕਤਾ ਯਗਾਨਾ ਉਹਦੇ ਅਰਥ ਆਈ ਹੈ ਬੇਮਿਸਾਲ ਹੈ, ਅਦੁੱਤੀ ਸ਼ਬਦ। ਇਹ ਇਹਦਾ ਯਕਤਾ ਯਗਾਨਾ ਦਾ ਅਰਥ ਹੀ ਹੁੰਦਾ ਹੈ ਅਦੁੱਤੀ, ਬੇਮਿਸਾਲ। ਤਨਹਾ, ਜਿਹੜਾ ਬੰਦਾ ਤਨਹਾ ਰਹਿੰਦਾ ਉਹ ਇਕੱਲਾ ਰਹਿ ਜਾਂਦਾ ਹੈਗਾ। ਪਰ ਇੱਥੇ ਤਨਹਾ ਕਿਉਂ ਸ਼ਬਦ ਵਰਤਿਆ? ਬਈ ਤਨਹਾ ਰਹਿ ਕੇ ਉਸ ਪਰਮਾਤਮਾ ਨੂੰ ਉਹ ਨਾਮ ਲਊਗਾ, ਪਰਮਾਤਮਾ ਨਾਲ ਜੁੜੇਗਾ, ਤਾਂ ਉਸਦੀ ਜਿਹੜੇ ਪਰਿਵਾਰ ਸੀ ਉਹਨਾਂ ਨੇ ਨਾਮ ਰੱਖਿਆ ਫਰੀਦ। ਕਿਉਂਕਿ ਰਾਜੇ ਮਹਾਰਾਜਿਆਂ ਦੇ ਖਾਨਦਾਨ ਤੋਂ ਸੀਗੇ ਬਾਬਾ ਫਰੀਦ ਜੀ। ਫਾਰਸੀ ਚ ਕੁਝ ਵਾਰਤਕ ਲਿਖੇ ਨੇ, ਉਹਦੇ ਵਿੱਚ ਵੀ ਫਰੀਦ ਸਾਹਿਬ ਦੇ ਬਾਰੇ ਦਿੱਤਾ ਹੋਇਆ ਬਈ। ਰਾਹਤ ਅਲ ਕਲੂਬ, ਰਾਹਤ ਅਲ ਕਲੂਬ ਹੈ ਜਿਹੜਾ ਫਰੀਦ ਸਾਹਿਬ ਨੂੰ ਕਿਹਾ ਹੈਗਾ ਨਿਜ਼ਾਮੁਦੀਨ ਔਲੀਆ ਨੇ ਬਈ। ਨਿਜ਼ਾਮੁਦੀਨ ਔਲੀਆ ਨੂੰ ਫਰੀਦ ਸਾਹਿਬ ਦਾ ਅਗਲਾ ਗੱਦੀ ਨਸ਼ੀਨ ਸੀ। ਜਿਹੜਾ ਫਰੀਦ ਸਾਹਿਬ ਜੀ ਨੇ ਜਿਹਨੂੰ ਗੱਦੀ ਸੌਂਪੀ ਸੀ ਉਹ ਸੀ ਨਿਜ਼ਾਮੁਦੀਨ ਔਲੀਆ। ਔਰ ਨਿਜ਼ਾਮੁਦੀਨ ਔਲੀਆ ਨੇ ਫਰੀਦ ਸਾਹਿਬ ਤੇ ਵਾਰਤਕ ਲਿਖੀ ਹੈ। ਉਸ ਵਾਰਤਕ ਦਾ ਨਾਮ ਹੈ ਰਾਹਤ ਅਲ ਕਲੂਬ, ਹਿਰਦਿਆਂ ਦਾ ਸੁੱਖ, ਹਿਰਦਿਆਂ ਦਾ ਚੈਨ। ਤਾਂ ਐਵੇਂ ਆ ਸਕਦਾ ਬਈ ਰਾਹਤ ਅਲ ਕਲੂਬ ਦਾ ਕਿਤਾਬ ਕਿਹਨੇ ਦਿੱਤਾ ਜਾਂ ਕਿਹਨੇ ਕਿਹਾ? ਨਿਜ਼ਾਮੁਦੀਨ ਔਲੀਆ ਨੇ। ਔਰ ਹਿਰਦਿਆਂ ਦਾ ਸੁੱਖ ਤੇ ਚੈਨ ਹੈ, ਇਹਦਾ ਅਰਥ ਹੈਗਾ, ਔਰ ਇਹ ਵਾਰਤਕ ਲਿਖੀ ਹੋਈ ਹੈ ਬਈ, ਕਵਿਤਾ ਨਹੀਂ ਹੈ, ਵਾਰਤਕ ਦੇ ਵਿੱਚ ਵਾਰਤਕ ਰਚਨਾਵਾਂ ਨੇ। ਔਰ ਉਸ ਤੋਂ ਬਾਅਦ ਸਿਰਾਜ ਉਲ ਔਲੀਆ, ਸਿਰਾਜ ਉਲ ਔਲੀਆ ਹੈ ਉਹ ਕਿਹਾ ਹੈ ਸ਼ਾਹ ਬਦਰ ਨੇ। ਸਿਰਾਜ ਉਲ ਔਲੀਆ ਦਾ ਜਿਹੜਾ ਅਰਥ ਹੈ ਉਹ ਹੁੰਦਾ ਚਾਨਣ ਮੁਨਾਰਾ। ਅੱਜ ਦੇ ਸੰਦਰਭ ਦੇ ਵਿੱਚ ਅਗਰ ਆਪਾਂ ਇਹਦਾ ਅਰਥ ਸਮਝਾਉਣ ਲਈ ਮੈਂ ਦੱਸਾਂ ਤੇ ਜਿਵੇਂ ਵੱਡੇ ਸ਼ਹਿਰਾਂ 'ਚ ਗੋਲ ਚੁਰਾਹੇ ਹੁੰਦੇ ਆ ਔਰ ਗੋਲ ਚੁਰਾਹਿਆਂ ਦੇ ਉੱਤੇ ਸਟਰੀਟ ਲਾਈਟ ਲੱਗੀ ਹੁੰਦੀ ਹੈ ਔਰ ਉਹ ਆਸੇ ਪਾਸੇ ਫੁੱਲ ਰੋਸ਼ਨੀ ਕਰ ਦਿੰਦੀ ਹੈ ਔਰ ਉੱਥੋਂ ਫਿਰ ਰਾਹੀ ਹੈ ਉਹਨੂੰ ਰਾਸਤਾ ਦਿਖ ਜਾਂਦਾ ਹੈ। ਇਸ ਤਰੀਕੇ ਦਾ ਜਿਹੜਾ ਪੰਜਾਬੀ ਦਾ ਅਗਰ ਸ਼ਬਦ ਵਰਤੀਏ ਤਾਂ ਉਹ ਹੈ ਚਾਨਣ ਮੁਨਾਰਾ। ਅਜਿਹਾ ਚਾਨਣ ਦਾ ਸਰੋਤ ਜਿੰਦੇ ਨਾਲ ਲੋਕਾਂ ਨੂੰ ਕੀ ਕਹਿੰਦੇ ਹੈ ਕਿ ਚਾਨਣ ਹੋਇਆ, ਪ੍ਰਕਾਸ਼ ਹੋਇਆ, ਆਤਮ ਪ੍ਰਕਾਸ਼ ਹੋਇਆ। ਸ਼ਾਹ ਬਦਰ ਨੇ ਆ ਵਾਰਤਕ ਲਿਖੀ ਹੈ ਇਸ ਬਾਰੇ। ਉਹਦਾ ਟਾਈਟਲ ਹੈ ਜੋ ਫਰੀਦ ਸਾਹਿਬ ਬਾਰੇ ਸੀ, ਤਾਂ ਇਸ ਦਾ ਟਾਈਟਲ ਉਹਨੇ ਰੱਖਿਆ ਸਿਰਾਜ ਉਲ ਔਲੀਆ, ਚਾਨਣ ਮੁਨਾਰਾ। ਬਈ ਇਹਨੂੰ ਪੜ੍ਹ ਕੇ ਔਰ ਫਰੀਦ ਸਾਹਿਬ ਦੇ ਦਰਸ਼ਨ ਕਰਕੇ ਇੱਕ ਚਾਨਣ ਮੁਨਾਰੇ ਵਾਲੀ ਤਰ੍ਹਾਂ ਸੀਗੇ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚ ਆਤਮ ਪ੍ਰਕਾਸ਼ ਕੀਤਾ, ਉਹਨਾਂ ਨੂੰ ਅੰਦਰੋਂ ਪ੍ਰਕਾਸ਼ ਹੋਇਆ, ਰਾਹ ਵਿਖਾਇਆ। ਉਸ ਤੋਂ ਬਾਅਦ ਇੱਕ ਜਿਹੜੀ ਵਾਰਤਕ ਪੁਸਤਕ ਹੈ ਉਹ ਫਰੀਦ ਸਾਹਿਬ ਨੇ ਸੰਪਾਦਿਤ ਕੀਤੀ ਸੀਗੀ, ਜਿੰਦੇ ਵਿੱਚ ਉਹਨਾਂ ਨੇ ਆਪਣੇ ਗੁਰੂ ਬਖਤਿਆਰ ਕਾਕੀ ਦੇ ਬਚਨ ਹੈ ਜਿਹੜੇ ਉਹ ਸੰਜੋਏ ਸਨ। ਉਸ ਪੁਸਤਕ ਦਾ ਨਾਮ ਹੈ ਵਫਾਇਤ ਉਸਾਲਿਕੈਨ। ਵਫਾਇਤ ਉਸਾਲਿਕੈਨ ਇਸ ਪੁਸਤਕ ਦਾ ਨਾਮ ਹੈ। ਔਰ ਵਫਾਇਤ ਉਸਾਲਿਕੈਨ ਹੈ ਜਿਹੜਾ ਉਹਦਾ ਅਰਥ ਹੈਗਾ ਹੈ ਉਹ ਹੈਗਾ ਧਰਮ ਦੇ ਰਾਹ ਤੇ ਤੁਰਨ ਵਾਲਿਆਂ, ਧਰਮ ਦੇ ਰਾਹ ਤੇ ਤੁਰਨ ਵਾਲਾ, ਧਰਮ ਦੇ ਰਾਹ ਤੇ ਤੁਰਨ ਵਾਲਿਆਂ ਦੇ ਹਿੱਤ। ਇਹ ਫਰੀਦ ਸਾਹਿਬ ਨੇ ਸੰਪਾਦਿਤ ਕੀਤੀ ਹੈ ਔਰ ਬਖਤਿਆਰ ਕਾਕੀ ਦੇ ਬਚਨ ਹੈ ਜੋ ਇਸ ਦੇ ਅੰਦਰ ਨੇ। ਇਸ ਤੋਂ ਅਗਰ ਬਾਹਰੀ ਰਚਨਾਵਾਂ ਦੀ ਗੱਲ ਕੀਤੀ ਜਾਵੇ, ਕੁਝ ਰਚਨਾਵਾਂ ਜੋ ਕਿ ਇਹ ਤਾਂ ਵਾਰਤਕ ਰਚਨਾਵਾਂ ਸੀ ਔਰ ਫਰੀਦ ਸਾਹਿਬ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਸ਼ਲੋਕ ਸ਼ਾਮਲ ਨੇ ਬਈ। 112 ਸ਼ਲੋਕ ਫਰੀਦ ਸਾਹਿਬ ਦੇ ਹੈ, 18 ਸ਼ਲੋਕ ਆਪਣੇ ਬਾਬਿਆਂ ਨੇ ਫਰੀਦ ਸਾਹਿਬ ਦੇ ਸ਼ਲੋਕਾਂ ਥੱਲੇ ਟਿੱਪਣੀ ਦੇ ਰੂਪ 'ਚ ਲਿਖੇ ਹੋਏ ਹੈ ਔਰ 4 ਸ਼ਬਦ ਹੈ, 2 ਰਾਗ ਆਸਾ 'ਚ, 2 ਰਾਗ ਸੂਹੀ 'ਚ। ਹੋਰ ਇਹਦੇ ਬਾਰੇ ਆਪਾਂ ਕੱਲ ਚਰਚਾ ਕੀਤੀ ਸੀ। ਇਸ ਤੋਂ ਇਲਾਵਾ ਜਿਹੜੇ ਕੁਝ ਰਚਨਾਵਾਂ ਨੇ ਜੋ ਫਰੀਦ ਸਾਹਿਬ ਦੇ ਨਾਲ ਨਾਲ ਜੋੜੀਆਂ ਜਾਂਦੀਆਂ ਨੇ ਉਹ ਹੈ ਨਸੀਹਤਨਾਮਾ ਤੇ ਪੱਧਤੀਨਾਮਾ। ਕੁਝ ਸ਼ਲੋਕ ਵੀ ਨੇ, ਪਰੰਤੂ ਦੀ ਪ੍ਰਮਾਣਿਕਤਾ ਦੇ ਉੱਤੇ ਸਵਾਲ ਉੱਠਦਾ ਹੈ ਕਿਉਂਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਹੈਗੀ ਹੈ ਉਹ ਤਾਂ ਫਰੀਦ ਸਾਹਿਬ ਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਪੂਰਾ ਪੁਣ ਛਾਣ ਕੇ ਇਹ ਕੰਮ ਕੀਤਾ ਹੋਇਆ ਹੈ, ਕੋਈ ਕਿੰਤੂ ਪਰੰਤੂ ਨਹੀਂ ਹੈ। ਪਰੰਤੂ ਇਸ ਤੋਂ ਬਾਹਰੀ ਰਚਨਾਵਾਂ ਦੀ ਅਗਰ ਗੱਲ ਕਰੀਏ ਨਸੀਹਤਨਾਮਾ ਤੇ ਪੱਧਤੀਨਾਮਾ ਦੀ, ਇਹ ਬਾਹਰੀ ਰਚਨਾਵਾਂ ਨੇ। ਇਹਦੀ ਪ੍ਰਮਾਣਿਕਤਾ ਦੇ ਬਾਰੇ ਜਿਹੜੇ ਅਲੱਗ-ਅਲੱਗ ਵਿਚਾਰਾਂ ਦਾ ਅਲੱਗ-ਅਲੱਗ ਵਿਚਾਰਕਾਂ ਦੀ ਅਲੱਗ-ਅਲੱਗ ਰਾਏ ਹੈ। ਇੱਕ ਕਾਫੀ ਤੇ ਕੁਝ ਸ਼ਲੋਕ ਵੀ ਲਿਖੇ ਹੋਏ ਨੇ ਇਸ ਬਾਰੇ।
फिर उस तो बाद अगर आप गल करिए डॉक्टर हरभजन सिंह, डॉक्टर हरभजन सिंह कहता है कि बाणी का प्रेरणा स्रोत ਜਿਹੜੇ ਦੀ ਬਾਣੀ ਦਾ ਪ੍ਰੇਰਣਾ स्रोत ਸੀ ਨਾ डर ਸੀਗਾ, और वो भय सी प्रेम मिश्रित भय ਸੀਗਾ। ਇਹ डॉक्टर हरभजन सिंह ਦਾ विचार है भाई इन्हां दी बाणी का ਜਿਹੜਾ मुख्य स्रोत ਸੀ डर ਸੀ, इन्हां ने लोगों ਨੂੰ भय दिखाया और प्रभु परमात्मा का भय। और ये गल सच्ची भी है कि लोग है रब नूं जदों ज्यादा डरते हैं ना, ਜਿਹੜਾ ज्यादा जिन्ना डरूगा वो रब तो ज्यादा नजदीक हो जाएगा। और वैसे भी अगर देखा जाए तो अपने मन दे विच डर है वो परमात्मा का खत्म हो रहा है, लोग भुल चुके हैं उस परमात्मा नूं। परंतु फरीद साहब की जिहड़ी बाणी सीगी वो भय है जिहड़ी पैदा करती है बई, वो भय पैदा करके परमात्मा के प्रति प्रेम करती है बई तू किहड़ी कम्मां वास्ते इत्थे आया, तैनू उत्थे कर्मां दा लेखा देना है, तू क्यों नहीं डर रहा उस परमात्मा तो। परमात्मा तो डर, अपने जिहड़े कर्म ने वो चंगे कर, जिहड़े बुरे कर्म करते हैं उन्होंने डरन की लोड़ है, जिहड़े चंगे कर्म कर रहे हैं उन्होंने डरन की लोड़ नहीं है। तू अपने वो कह रहे तू बुरे कर्म कर रहे हैं, तू हुण बूढ़ा हो गया फिर भी परमात्मा का नाम नहीं ले रहा, तू डर उस परमात्मा नूं चेते रख। ये जिहड़ियां गल्लां है वो हरभजन सिंह ने कहा कि इनकी बाणी का जिहड़ा मुख्य स्रोत है, अगर कहिए प्रेरणा स्रोत डर है, उन्होंने डर दे राही प्रेमा भगती है जो वो दसी हैगी है। उस तो बाद अगर आप गल करिए कि फरीद साहब दे जिहड़ी रचना है उनका मुख्य विशा की है, मुख्य विशा नासावानता ते परमात्मा की उस्तत है, बंदगी है फरीद साहब का मुख्य विशा। तो कुछ आपां की है कि फरीद साहब दे जिहड़े सलोक ने वो पढ़ांगे तो उस नाल आपां नूं एक विशा है जिहड़ा उनके बारे पता लग जूगा। जदों तुसीं अगर तुसीं फरीद साहब का पाठ पढ़ो तो उस दे विच जदों भी तुसीं कोई भी उन्हां दा रचना पढ़ो, काव टोटा पढ़ो, सलोक पढ़ो, शब्द पढ़ो, तो एक गल ध्यान रखनी है कि आपां नूं उस कंटेंट दे विच जिवें तुसीं किसी भी लिखारी के बारे पढ़ोगे तो तुहानूं उस लिखारी भी एक तो शैली का पता लग जूगा भाई वो किस शैली का रचनाकार है, एक तुहानूं ये पता लग जूगा कि वो किस विशा के बारे लिख रहा है। हुण इत्थे जिहड़े मुख्य विशा है वो नासावानता ते परमात्मा की उस्तत बंदगी के बारे गल कीता है, जिथे कि आपां जे बंदगी की अगर आपां गल करिए तो आपां कल पढ़िया सीगा एक शब्द, तेरी पनाह खुदाए तू बख्शंदगी शेख फरीदा खैर दीजे बंदगी। उत्थे गल कीती सी बंदगी दी, और आपां बंदगी के बारे कल इस बारे मैं तुहानूं काफ़ी कुछ समझाया सीगा। ते इत्थे गल बंदगी के बारे तो इत्थे भी की हो गया, विशा बंदगी हो गया। फिर उस तो बाद अगर गल करिए तो फरीद साहब का एक होर सलोक है, फरीदा किथे तैंडे मापिया जिन्नी तू जणियो, फरीदा किथे तैंडे मापिया जिन्नी तू जणियो, तै पासे ओए लद गए तू अजे ना पतीणियो। कहण दा भाव देखो इत्थे थोड़ा डर दिखा के रब दे वल जोड़िया है। फरीद साहब जी कहते ने फरीदा किथे तैंडे मापिया, किथे तैंडे मापिया तेरे मां प्यो किथे गए, जिन्नी तू जणियो जिन्ने तन्नू पैदा किया सीगा, तै पासे ओए लद गए, वो भी भैया लद गए, वो जमाने भी लद गए, वो भी देखो इथों चले गए। क्योंकि आप भी जो बुजुर्ग हो जाएंगे तो अपने माँ प्यो है जिहड़े उन्होंने भी चले जाना है, और जिहड़े अपने माँ प्यो इस टाइम अपने माँ प्यो है उन्होंने माँ प्यो दादा दादी है जिहड़े वो कित्थे है, वो परमात्मा कोल चले गए। तो तू हजे भी की कहते हैं कि तू अजय ना पतीणियो, पतीणियो पसीजियो शब्द मिलत, पतीणियो पसीजियो। और अगर होर अगे चलिए तसल्ली, तन्नू हजे तक तसल्ली नहीं हुई। ते इस गल दी जिहड़ा है एक समझ पैदा की है और समझाया बड़े ही प्यार दे नाल हैगा है, बिल्कुल संजमई शैली दे विच थोड़े शब्दां च समझाता बई तेरे माँ प्यो दादा दादी कित्थे ने। थोड़ा थोड़ा खौफ कर परमात्मा दा, जिस परमात्मा ने तेनों जीवन दिता है उनका नाम तो लै, बंदगी नाल जुड़ तां सही उस परमात्मा दा नाल। फिर उस तो बाद देखो इत्थे एक शब्द आया सी फरीदा किथे तैंडे मापिया, जिहड़ा तैंडा शब्द है मैंडा शब्द है ये मुल्तानी भाषा का शब्द है। होर आपां पढ़िया भी है कि जिथे कोई भी राइटर है, कोई भी राइटर हुंदा है, कोई भी लिखारी हुंदा, तो एक चीज ध्यान रखनी है जिहड़ी उनकी मां बोली है उनकी मां थां नूं भी प्रभावित करती है कि
ਜਿੱਥੇ ਆਪਾਂ ਰਹਿੰਦੇ ਹਾਂ। ਦੇਖੋ ਜਿਹੜੇ ਮਾਲਵੇ ਦੇ ਲੋਕ ਲੈਂਦੇ ਆ ਮਲਵਈ ਬੋਲਦੇ ਆ, ਦੁਆਬੇ ਵਾਲੇ ਦੁਆਬੀ ਬੋਲਦੇ ਆ। ਹੁਣ ਜਿਹੜੇ ਰਾਜਸਥਾਨ ਦੇ ਵਿੱਚ ਆ ਗਏ ਤਾਂ ਉਹਨਾਂ ਦੀ ਜਿਹੜੀ ਬੋਲੀ ਹੈ ਉਹ ਥੋੜੀ ਥੋੜੀ ਕੀ ਹੈ ਕਿ ਬਦਲ ਰਹੀ ਹੈ, ਉਹਨਾਂ ਦਾ ਪੁੱਟ ਹੈ ਜਿਹੜਾ ਬੋਲੀ ਦਾ ਬਦਲ ਰਿਹਾ, ਕਿਉਂਕਿ ਉਹ ਲਗਾਤਾਰ ਸੰਪਰਕ 'ਚ ਰਹਿ ਰਹੇ ਹੈ ਰਾਜਸਥਾਨੀਆਂ ਦੇ ਆਪਣੇ ਆਸ ਪੜੋਸ ਦੇ। ਤਾਂ ਧੀਰੇ ਧੀਰੇ ਜਿਹੜੀ ਅਗਲੀ ਪੀੜ੍ਹੀ ਆਊਗੀ, ਉਸ ਤੋਂ ਅਗਲੀ ਪੀੜ੍ਹੀ ਆਊਗੀ, ਉਹਨਾਂ ਵਿੱਚ ਕੀ ਹੋਇਆ ਕਿ ਹਿੰਦੀ ਦੇ ਸ਼ਬਦ ਇਸਤੇਮਾਲ ਹੋ ਰਹੇ ਹੈ। ਤੇ ਇਸ ਚੀਜ਼ ਦੇ ਜੇ ਆਪਾਂ ਗੱਲ ਕਰੀਏ ਕਿਸੇ ਵੀ ਲਿਖਾਰੀ ਦੀ ਅਗਰ ਬੋਲੀ ਨੂੰ ਅਗਰ ਆਪਾਂ ਪਛਾਣਨਾ, ਉਹਦੀ ਭਾਸ਼ਾ ਨੂੰ ਸਮਝਾਉਣਾ, ਸਭ ਤੋਂ ਪਹਿਲਾਂ ਜੇ ਆਪਾਂ ਨੂੰ ਉਹਦੇ ਜਨਮ ਸਥਾਨ ਪਤਾ ਹੈ ਤੇ ਇਹ ਚੀਜ਼ ਆਪਾਂ ਨੂੰ ਪਤਾ ਹੀ ਲੱਗੀ ਬਈ ਜਨਮ ਥਾਂ ਤੋਂ ਆਪਾਂ ਨੂੰ ਪਤਾ ਲੱਗੂ ਉਸ ਏਰੀਏ ਦੇ ਲੋਕ ਕੀ ਬੋਲਦੇ ਆ, ਉਸ ਏਰੀਏ ਦੇ ਲੋਕ, ਕਿਉਂਕਿ ਲਿਖਾਰੀ ਵੱਡੇ ਤੋਂ ਵੱਡਾ ਲਿਖਾਰੀ ਵੀ ਅਗਰ ਕੋਈ ਹੋਇਆ ਤਾਂ ਉਹਨੇ ਆਪਣੀ ਮਾਂ ਬੋਲੀ ਦੇ ਅੰਦਰ ਲਿਖਿਆ ਹੈਗਾ, ਕਿਉਂਕਿ ਮਾਂ ਬੋਲੀ ਦੇ ਅੰਦਰ ਤੁਸੀਂ ਜਿੰਨਾ ਪ੍ਰਭਾਵਸ਼ਾਲੀ ਲਿਖ ਸਕਦੇ ਹੋ ਨਾ, ਉਨਾ ਹੋਰ ਕਿਸੇ ਬੋਲੀ ਦੇ ਅੰਦਰ ਨਹੀਂ ਲਿਖ ਸਕੋਗੇ। ਤਾਂ ਹੁਣ ਫਰੀਦ ਸਾਹਿਬ ਹੈ ਜਿਹੜਾ ਮੁਲਤਾਨ ਦੇ ਆਸੇ-ਪਾਸੇ ਏਰੀਏ ਦੇ ਵਿੱਚ ਰਹਿੰਦੇ ਸੀ, ਤਾਂ ਕੀ ਹੋਇਆ ਪੰਜਾਬੀ 'ਚ ਲਿਖਿਆ, ਕਿਹੜੀ ਪੰਜਾਬੀ? ਲਹਿੰਦੀ ਤੇ ਮੁਲਤਾਨੀ ਤੋਂ ਪ੍ਰਭਾਵਿਤ, ਲਹਿੰਦੀ ਤੇ ਮੁਲਤਾਨੀ ਤੋਂ ਪ੍ਰਭਾਵਿਤ ਹੈ। ਲਹਿੰਦੇ ਪਾਸੇ ਵਾਲੀ ਬੋਲੀ, ਮੁਲਤਾਨੀ ਵਾਲੀ ਬੋਲੀ, ਉਹ ਸ਼ਬਦ ਇਸਕਾ ਇਸਤੇਮਾਲ ਕਰਦੇ ਆ ਤੈਂਡਾ ਮੈਂਡਾ ਜਾਂ ਕਿੱਥੇ ਜਾਸੇ, ਕੀ ਕਰਸੇਗਾ, ਕੀ ਖਾਸੇਗਾ, ਜਾਸੇ ਖਾਸੇ ਆਸੇ, ਐਵੇਂ ਸ਼ਬਦ। ਤੇ ਆਪਣੇ ਵਾਲੇ ਜਿਹੜੇ ਲੋਕ ਹੈ ਕਿੱਥੇ ਜਾਂਦਾ ਆਂਦਾ, ਅੰਮ੍ਰਿਤਸਰ ਵਾਲੇ ਕੀ ਕਰਨ ਡਿਆ, ਕਿੱਥੇ ਜਾਣ ਡਿਆ, ਕੀ ਖਾਣ ਡਿਆ। ਇਹ ਜਦੋਂ ਆਪਾਂ ਭਾਸ਼ਾਵਾਂ ਜਦੋਂ ਆਪਾਂ ਸਿੱਖਾਂਗੇ, ਉਪ ਬੋਲੀਆਂ ਉੱਥੇ ਆਪਾਂ ਚਰਚਾ ਕਰਾਂਗੇ। ਪਰ ਇੱਥੇ ਇੱਕ ਆਪਾਂ ਨੂੰ ਅੰਦਾਜ਼ਾ ਇੱਕ ਜ਼ਰੂਰ ਹੋਣਾ ਚਾਹੀਦਾ ਭਾਈ ਫਰੀਦ ਸਾਹਿਬ ਦਾ ਜਨਮ ਥਾਂ ਕਿੱਥੇ ਸੀ, ਉਹ ਕਿੱਥੇ ਰਹੇ, ਤਾਂ ਉਸ ਨਾਲ ਇੱਕ ਆਪਾਂ ਨੂੰ ਬੋਲੀ ਦਾ ਜਿਹੜਾ ਅੰਦਾਜ਼ਾ ਹੈ ਨਾ, ਉਹ ਇੱਕ ਸਟੀਕ ਅੰਦਾਜ਼ਾ ਹੋ ਜਾਊਗਾ। ਹਾਂਜੀ ਦਾ ਹੋਣਾ ਚਾਹੀਦਾ ਹੈ। ਮੁਲਤਾਨੀ ਤਾਂ ਲਹਿੰਦੀ ਦਾ ਪ੍ਰਭਾਵ ਹੈਗਾ, ਇੱਥੋਂ ਆਪਾਂ ਨੂੰ ਪਤਾ ਲੱਗ ਗਿਆ। ਹੁਣ ਇੱਥੋਂ ਆਪਾਂ ਇੱਕ ਚੀਜ਼ ਪਤਾ ਲੱਗੀ, ਭਾਸ਼ਾ ਪੰਜਾਬੀ ਭਾਸ਼ਾ ਹੈ, ਲਹਿੰਦੀ ਤੇ ਮੁਲਤਾਨੀ ਦਾ ਪ੍ਰਭਾਵ ਹੈ। ਦੂਜੀ ਗੱਲ ਪਤਾ ਲੱਗੀ ਸੰਜਮਮਈ ਸ਼ੈਲੀ। ਹੁਣ ਇੱਕ ਹੋਰ ਆਪਾਂ ਵਿਸ਼ਾ ਦੇਖਦੇ ਆ ਜਿੱਥੇ ਉਹਨਾਂ ਦੀ ਸੰਜਮਮਈ ਸ਼ੈਲੀ ਦਾ ਪਤਾ ਲੱਗੇਗਾ। ਇੰਨੀ ਵੱਡੀ ਕਹਾਣੀ ਔਰ ਮਿੰਟ 'ਚ 4 ਲਾਈਨਾਂ ਦੇ ਅੰਦਰ 17 ਵਿੱਚ ਕਰਤੀ। ਫਰੀਦ ਸਾਹਿਬ ਕੀ ਸੀਗੀ? ਫਰੀਦ ਸਾਹਿਬ ਦੇਖੋ ਇਸ ਤਰੀਕੇ ਨਾਲ ਤੁਸੀਂ ਵੀ ਪੜ੍ਹਿਆ ਕਰੋ, ਵਿਸਥਾਰ ਨਾਲ ਉਸ ਨੂੰ ਸਮਝ ਲਿਆ ਕਰ ਲਿਆ, ਤਾਂ ਕਿ ਦੁਬਾਰਾ ਆਪਣੇ ਜਦੋਂ ਇੱਕ ਵਾਰ ਕਹਾਣੀ ਬਣ ਗਈ ਨਾ ਕਿਸੇ ਚੀਜ਼ ਦੀ, ਆਪਾਂ ਭੁੱਲਾਂਗੇ ਨਹੀਂ ਕਦੇ ਵੀ। ਫਰੀਦ ਸਾਹਿਬ ਕੀ ਸੀ ਕਿ ਇੱਕ ਵਾਰ ਆਪਣੇ ਗੁਰੂ ਨੂੰ ਮਿਲਣ ਵਾਸਤੇ ਜਾ ਰਹੇ ਸੀ, ਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਕਿ ਉਹ ਬਰਸਾਤ ਹੋਣ ਲੱਗੀ। ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ, ਫੁਰਨਾ ਫੁਰਿਆ। ਉਹਨਾਂ ਨੇ ਪਹਿਲਾ ਸ਼ਬਦ ਉਚਾਰਿਆ, ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚਲਾ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ। ਦੇਖੋ ਦੁਬਾਰਾ ਬਈ, ਫਰੀਦਾ ਗਲੀਏ ਚਿੱਕੜ, ਮਤਲਬ ਗਲੀ ਦੇ ਵਿੱਚ ਕੀ ਹੈ? ਚਿੱਕੜ ਹੈ। ਗਲੀਏ ਚਿੱਕੜ ਦੂਰ ਕਰ, ਉਸ ਮੇਰੇ ਪਿਆਰੇ ਦਾ ਘਰ ਕੀ ਹੈ? ਦੂਰ ਹੈ। ਨਾਲ ਪਿਆਰੇ ਨੇਹੋ, ਜਿਸ ਪਿਆਰੇ ਨਾਲ ਮੇਰਾ ਨੇਹ ਹੈ। ਇੱਥੇ ਇਸ਼ਕ ਦੀ ਗੱਲ ਨਹੀਂ ਕੀਤੀ, ਨੇਹ ਦੀ ਗੱਲ ਕੀਤੀ ਹੈ। ਨੇਹੋ ਇਸ਼ਕ ਵਰਗਾ ਸ਼ਬਦ, ਇਸ਼ਕ ਵਰਗਾ ਸ਼ਬਦ, ਪਰ ਪਹਿਲਾਂ ਨੇਹੋ ਸ਼ਬਦ ਵਰਤਿਆ ਜਾਂਦਾ ਸੀਗਾ। ਤਾਂ ਉਹਨੇ ਕੀ ਹੈ ਕਿ ਨੇਹੋ ਦਾ ਸੰਕਲਪ ਹੈ ਜਿਹੜਾ ਫਰੀਦ ਸਾਹਿਬ ਨੇ ਇੱਥੇ, ਹੁਣ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਨੇਹੋ ਦਾ ਸੰਕਲਪ ਹੈ ਜਿਹੜਾ ਫਰੀਦ ਸਾਹਿਬ ਨੇ ਦਿੱਤਾ। ਪਹਿਲਾਂ ਨੇਹੋ ਸ਼ਬਦ ਹੈ ਜਿਹੜੇ ਉਹ ਵਰਤਦੇ ਸੀਗੇ, ਫਿਰ ਇਸ਼ਕ ਸ਼ਬਦ ਆਇਆ, ਫਿਰ ਪਿਆਰ ਮੁਹੱਬਤ ਵਗੈਰਾ ਇਹ ਸਾਰੇ ਸ਼ਬਦ ਹੈ ਜਿਹੜੇ ਆ ਗਏ। ਪਰੰਤੂ ਜੇ ਨੇਹੋ ਦੇ ਸੰਕਲਪ ਦੀ ਗੱਲ ਕੀਤੀ ਤਾਂ ਉਹ ਜੁੜਿਆ ਹੋਇਆ ਫਰੀਦ ਸਾਹਿਬ ਦੇ ਨਾਲ। ਜਦੋਂ ਆਪਾਂ ਬਾਣੀ ਪੜ੍ਹ ਲਈਏ, ਛੋਟੀ ਛੋਟੀ ਚੀਜ਼ਾਂ ਜਿਹੜੇ ਕਿ ਆਪਾਂ ਨੂੰ ਪਤਾ, ਇਹਨਾਂ ਨੂੰ ਆਪਾਂ ਬਾਈਪਾਸ ਨਹੀਂ ਹੋਣ ਦੇਣਾ। ਆਪਾਂ ਨੂੰ ਪਤਾ ਹਾਂ ਬਈ ਨੇਹੋ ਦਾ ਸੰਕਲਪ ਫਰੀਦ ਸਾਹਿਬ ਨੇ ਇਸਤੇਮਾਲ ਕੀਤਾ ਸੀਗਾ। ਤੇ ਜਿਵੇਂ ਕੀ ਹੁੰਦਾ ਕਿ ਤੁਸੀਂ ਇੱਕ ਵਾਰ ਪਿਆਰ ਨਾਲ ਪੜੋਗੇ ਨਾ, ਤੁਹਾਨੂੰ ਇਹ ਲੈਣਾ ਹੈ ਨਾ ਜਿਹੜੀਆਂ ਇਹ ਟੁੰਬਣ ਲੱਗ ਜਾਣਗੀਆਂ, ਤੁਹਾਨੂੰ ਯਾਦ ਰਹਿਣ ਲੱਗ ਜਾਣਗੀਆਂ। ਹੁਣ ਜਿਵੇਂ ਕੀ ਹੈ ਕਿ ਜਿਵੇਂ ਕਿਸੇ ਬੱਚੇ ਨੇ ਗਾਣਾ ਸੁਣਿਆ, ਗਲੀਆਂ 'ਚ ਮੈਂ ਭਿੱਜ ਗਈ, ਐਵੇਂ ਕਰਕੇ ਇੱਕ ਗਾਣਾ ਹੈਗਾ, ਤੇ ਉਹ ਕੀ ਕਹਿੰਦੇ ਯਾਦ ਰਹਿ ਗਿਆ, ਉਹਨੇ 1-2 ਵਾਰ ਸੁਣਿਆ ਯਾਦ ਰਹਿ ਗਿਆ, ਕਿਉਂਕਿ ਉਸ ਨਾਲ ਕੀ ਅਟੈਚਮੈਂਟ ਹੋ ਗਿਆ, ਉਹ ਚਿੱਟੇ ਸੂਟ ਤੇ ਦਾਗ ਪੈ ਗਿਆ, ਉਹ ਇੱਕ ਗਾਣਾ ਸੀਗਾ ਤੇ ਉਹਨੂੰ ਯਾਦ ਹੋ ਗਿਆ, ਕਿਉਂਕਿ ਉਹਨੇ ਕੀ ਕੀਤਾ ਕਿ 1-2 ਵਾਰ ਉਹਨੂੰ ਸੁਣਿਆ। ਤੇ ਐਵੇਂ ਤੁਸੀਂ ਜਦੋਂ ਤਿਆਰੀ ਕਰ ਰਹੇ ਹੋ ਨਾ, ਤਾਂ ਜਿਸ ਆਪਾਂ ਸੰਬੰਧਿਤ ਹੈ, ਥੋੜੀ ਗੁਰਬਾਣੀ ਸੁਣ ਲਈ, ਸ਼ਾਹ ਹੁਸੈਨ ਬਾਰੇ ਪੜ੍ਹ ਰਹੇ ਤਾਂ ਸ਼ਾਹ ਹੁਸੈਨ ਦੇ ਬਾਰੇ ਸੁਣ ਲਿਆ, ਬੁੱਲੇ ਸ਼ਾਹ ਬਾਰੇ ਪੜ੍ਹ ਰਹੇ ਤਾਂ ਬੁੱਲੇ ਸ਼ਾਹ ਬਾਰੇ ਸੁਣ ਲਿਆ। ਉਸ ਨਾਲ ਕੀ ਹੋਗਾ, ਥੋੜਾ ਦਿਮਾਗ ਦਾ ਵਿਸਤਾਰ ਹੋ ਜਾਏਗਾ। ਅਗਰ ਤੁਸੀਂ YouTube ਵਗੈਰਾ ਦੇਖਦੇ ਹੋ, ਕੁਝ ਵੀ ਦੇਖਦੇ ਹੋ, ਤਾਂ ਆਪਣੇ ਕੰਟੈਂਟ ਨੂੰ ਦੇਖੋ। ਕੰਟੈਂਟ ਨੂੰ ਦੇਖੋਗੇ ਨਾ ਜਦੋਂ, ਥੋੜਾ ਜਿਹਾ ਤੁਹਾਨੂੰ ਜਦੋਂ ਨੇਹ ਹੋ ਜਾਊਗਾ ਆਪਣੇ ਵਿਸ਼ੇ ਦੇ ਨਾਲ, ਤਾਂ ਆਪੇ ਆਪ ਕੀ ਕਹਿੰਦੇ ਆ ਕਿ ਤੁਹਾਨੂੰ ਵਿਸ਼ਾ ਹੈ ਜਿਹੜਾ ਉਹ ਰਾਹ ਦੇਣ ਲੱਗ ਜਾਊਗਾ। ਹੁਣ ਆਪਾਂ ਦੁਬਾਰਾ ਉਹ ਗੱਲ ਕਰੀਏ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ, ਗਲੀ 'ਚ ਕੀ ਹੈ? ਚਿੱਕੜ ਹੈ, ਘਰ ਦੂਰ ਹੈ, ਨਿਆਲ ਪਿਆਰੇ ਨੇਹੋ, ਪਰ ਉਸ ਪ੍ਰਮਾਤਮਾ ਨਾਲ ਕੀ ਹੈ? ਨੇਹੋ ਹੈ ਜਿਹੜਾ ਉਹ ਬੜਾ ਹੈ। ਚਲਾਂ ਤਾਂ ਭਿੱਜੇ ਕੰਬਲੀ, ਹੁਣ ਉਹ ਕਹਿੰਦੇ ਜੇ ਮੈਂ ਚੱਲਦਾ ਹਾਂ ਤਾਂ ਕੰਬਲੀ ਭਿੱਜਦੀ ਹੈ, ਰਾਹਾਂ ਤਾਂ ਟੁੱਟੇ ਨੇਹੋ, ਹੋਰ ਜੇ ਰਹਿਣਾ ਹੈ ਤਾਂ ਮੇਰੇ ਕੋਲ ਕਰਾਰ ਤੇ ਮੇਰਾ ਪਿਆਰ ਹੈ ਜਿਹੜਾ ਉਹ ਟੁੱਟਦਾ ਹੈ। ਇਹ ਸੀ ਪਹਿਲਾ ਸ਼ਬਦ ਉਚਾਰਿਆ। ਫਿਰ ਫਰੀਦ ਸਾਹਿਬ ਨੇ ਸੋਚਿਆ ਜੇ ਮੈਂ ਇੱਥੇ ਰਹਿ ਗਿਆ ਤਾਂ ਮੈਂ ਤਾਂ ਇੱਥੇ ਰਹਿ ਜਾਵਾਂਗਾ, ਪਰ ਮੈਂ ਆਪਣੇ
ਜਿਹੜਾ ਗੁਰੂ ਰੂਪੀ परमात्मा है ਜਿਹੜਾ ਉਸ ਨੂੰ ਜ਼ਰੂਰ ਮਿਲਣਾ ਹੈਗਾ ਹੈ। ਫਰੀਦ ਸਾਹਿਬ ਆਪਣਾ ਗੁਰੂ ਹੈ ਨਾ ਜਿਹੜਾ ਉਹ ਮੁਹੰਮਦ ਸਾਹਿਬ ਨੂੰ ਮੰਨਦੇ ਸੀ ਬਈ, ਉਹਦੇ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ। ਫਿਰ ਅਗਲੀ ਜਿਹੜੀ ਤੁਕ ਹੈ ਉਸ ਦੇ ਬਾਰੇ ਆਪਾਂ ਗੱਲ ਕਰੀਏ। ਉਸ ਦੇ ਵਿੱਚ ਉਹ ਕੀ ਕਹ ਰਿਹਾ ਕਿ ਭਿਜਿਓ ਸਿਜਿਓ ਕੰਬਲੀ ਅਲੋ ਵਰਸਿਓ ਮੇਹੋ ਜਾਏ ਮਿਲਾ ਤਿਨਾ ਸੱਜਣਾ ਟੁੱਟੇ ਨਾ ਹੀ ਨੇਹੋ। ਕਹਿੰਦੇ ਆ ਭਿਜਿਓ ਸਿਜਿਓ ਕੰਬਲੀ, ਭਲਾ ਮੇਰੀ ਕੰਬਲੀ ਭਿਜ ਜਾਵੇ, ਸਿਜ ਜਾਵੇ, ਗਿੱਲੀ ਹੋ ਜਾਵੇ। ਅਲੇ ਵਰਸਿਓ ਮੇ, ਉਸ परमात्मा ने आ बरसात की है। जाए मिला तिना सज्जना, मैं अपने सज्जना ਨੂੰ ਜਾ ਕੇ ਮਿਲਾਂ। टूटे ना ही नेहो, मेरा प्यार है जेड़ा ओ नहीं टुटना चाहिए। हुण फरीद साहब की है कि बरसात दे विच चल पे है, अपने नेह नूं अपने प्यार लई बरसात दे विच चल पे है। और उन्होंने अगला शब्द उचारिया भिजियो सिजियो कंबली अलै वरसियो मेहो जाए मिला तिना सज्जना टूटे ना ही नेहो। मेरा जेड़ा नेह है, मेरा प्यार है, वो टुटना नहीं चाहिए। मैं अपने प्यारे प्रीतम नूं मिलना हैगा है। देखो इन्नी वड्डी कहानी और छोटे जी सिर्फ 4 जे कह दिए श्लोकां दे अंदर इन्होंने सब समझाती। एक ही है संजमी शैली है, ते कई की करते हैं, कई विस्तार नाल, जे वारस है वारस ने छोटी छोटी गल्लां नूं बड़ा विस्तार नाल समझाया। उस टाइम उसकी गल करांगे, उनकी शैली अलग है। इसकी शैली क्या संजमी शैली, इन्नी जी गल नूं कितना बढ़िया तरीके नाल समझाता। हुण उस तो बाद की करते हैं, अगर आपां गल करिए एक होर उदाहरण लैने नाने तो आपको संजमई शैली समझ आ जूगी, नाने आपको विशा के बारे समझ आ जूगा, नाने एक आ भी गल समझ आ जूगा जे इन्हां विचों अगर कुछ पुछदा है तो वह की पूछ सकता है। अगला है जी हुण नाल नाल जिहड़े विशा है उस दे बारे भी आपको पता लग रहा बई विशा की है। भै मिश्रित प्रेम के बारे डर दिखा के उस परमात्मा के नाल जोड़िया गया है, बंदगी की गल की है, नेहों की गल की गई है। ये सारे की है विशा है। तो जो तुसी पाठ पढ़ोगे सारियां दे तो ऐटोमैटिक तुहानू विशा समझ आते रहेंगे, शैली समझ आती रहूगी, भाषा समझ आती रहूगी, सब इनके बारे तुहारी जानकारी आपे पहुंचूगी और फिर तुसी भुलोगे भी नहीं। हुण उस तो बाद जे गल करिए फरीद साहब दी कवन सो अखर, कवन सो अखर कहते कवन सो अखर कवन गुण कवन सो मणिया मंथ। कवन सो अखर कवन गुण कवन सो मणिया मंथ। कह सो भैणे वेस करा ता वस आवी कंत। कह सो वेस हाउ करी जित वस आवे कंत। बई आ लेने ते आपां गल करें कवन सो अखर, बई वो केड़ा अखर होवे। कवन गुण ओ केड़ा गुण होवे। कवन सो मणिया मंत ओ केड़ा शिरोमणि मंत्र होवे जिस दे नाल ओ पति परमेश्वर है जेड़ा ओ वस दे विच आ जावे। ते अगली ही लाइन विच इन्ने वड्डे सवालों दी, इन्ने सवालों दी संजमई शैली दा उदाहरण, इन्ने सवालों दी जिहड़ी उन्होंने उत्तर देता बड़े संखेप के रूप दे वो कहते हैं निवण सो अखर। भैया निवण सो अखर, निवण सो अखर खवन गुण जीवा मणिया मंत्र। निवण सो अखर खवन गुण जीवा मणिया मंत्र। ए त्रै भैणे वेश कर ता वस आवी कंत। बई तैनू ये 3 की कहते हैं कि गुण अपनाने हैं। फिर की कहते हैं कि जिहड़ा पति रूपी परमेश्वर है वो तेरे वस दे विच आ जाएगा। वो केड़े केड़े ने कहंदा कवन सो अखर, वो अखर केड़ा है कहंदा निवण सो अखर। वो अखर है निवणा, न्यो जाना, निमरता, चुक जाना। जे तुसी किसी की गल मान लेने हो ना फिर लड़ाई सारी खराब हो जाती है, लड़ाई ही सारी खत्म हो जाती है। पर जे आप अगला अपनी गल तेड़े है, आप अपनी गल तेड़े है, भैया लगे रहो लस्सी वाली तरह, गल अगे तो अगे वधी जाऊगी। किसी न किसी तो न्योना पऊगा। तो पति पत्नी के कंसैप्ट के नाल परमात्मा के बारे
फरीद साहब ने समझाया है। अगे खवन गुण सहारना, अगला गुण है सहारन दा, सहार ले बई तो। जीवा मणिया मंत्र, जड़ी मिठी जीव है, मिठे बोल है ना, वो की कहते हैं शिरोमणि मंत्र ने। ए त्रै भैणे वेश कर, आ तीन वेश धारण कर लै, ता वस आवी कंत, फिर तेरे जड़ा पति है वो वस आ जाएगा। इत्थे गल है पति रूपी परमेश्वर की गल है, वस आ जाएगा। हुण की है देखो, कवन सो अखर, वो केड़ा अखर है? वो अखर है जी निमन सो अखर, वो अखर है निमन, न्योण दा अखर, निभ जाओ चुक जाओ, एक दिन तो चुकना ही पेगा। कवन गुण, ਉਹ ਗੁਣ ਕਿਹੜਾ ਹੈਗਾ? ਉਹ ਗੁਣ ਕਿਹੜਾ? ਖਵਣ ਗੁਣ, ਉਹ ਗੁਣ ਹੈ ਸਹਾਰਨ ਦਾ, ਸਹਾਰਨ ਦਾ। ਉਸ ਤੋਂ ਅੱਗੇ ਜੇ ਗੱਲ ਕਰ ਲਈਏ ਹੋਰ ਖਵਣ ਤੋਂ ਸਹਾਰਨ ਤੋਂ ਅੱਗੇ ਥੋੜਾ ਚੁੜੀਏ ਖਿਮਾ, ਵੀ ਖਿਮਾ ਕਰ ਦੋ, ਮਾਫ ਕਰ ਦੋ, ਹੋ ਗਈ ਜਿਹੜੀ ਗੱਲ ਉਹਨੂੰ ਭੁੱਲ ਜਾਓ, ਸਹਾਰ ਲਓ। ਕਵਣ ਸੋ ਮਣੀਆ ਮੰਤ, ਉਹ ਕਿਹੜਾ ਸਿਰੋਮਣੀ ਮੰਤਰ ਹੈ ਬਈ? ਉਹ ਸਿਰੋਮਣੀ ਮੰਤਰ ਹੈ ਜੀਵਾ ਮਣੀਆ ਮੰਤਰ, ਮਿੱਠੇ ਬੋਲ, ਮਿੱਠੇ ਬੋਲ, मिठे बोलों राही जिहड़ा है पति परमेश्वर की इत्थे गल की गई है, वह वस विच आ सकता है। ये गल्लां है जिहड़ियां दसियां ने, मतलब इन्ने वड्डे वड्डे जिहड़े कंसैप्ट है फरीद साहब ने ऐ समझाते। ते उस तो बाद आपां अगर गल करिए, ये तो बाबा फरीद जी की बाणी दे पढ़िया और थोड़े एग्जाम्पल आपां लिखते जिहड़े राजस्थान बोर्ड के पाठक्रम के सिलेबस दे विचों, ताकि थोड़ी समझ बन जाओ। और ज़्यादा एग्जाम्पल आप लवांगे तो इसी तरह एग्जाम्पल चलते रहने, वो तुम पढ़ लियो, कोई ऐसा नहीं है जो समझ नहीं आया। जो होया तो मैं किताब दे विचों सीधी सारी किताब करानी हुई तो करा देंगे, ज़्यादा वड्डा समा नहीं लगेगा। हाँ हुण आपां गल करिए कि देखो कई लोग तो एवें हैं जिहड़े कहंदे फरीद साहब की जिहड़ी बाणी है ना, वो फरीद साहब की ही बाणी है। पर कई लोग ये कहते हैं नहीं, ये फरीद साहब की बाणी नहीं है। एक ही सिस्टम होया कि जिवें फरीद साहब सी, फरीद साहब तो बाद निजामुद्दीन औलिया आ गया, उस तो बाद 12वां गद्दी नशीन शेख ब्रह्म आ गया, वो गुरु नानक देव जी का समकाली सीगा। ये बाणी उसदी है क्योंकि ये जिहड़ी बाणी है, जिहड़ी इहदे विच जिहड़ी पंजाबी जिहड़ी इस्तेमाल हो रही है, ये पंजाबी है जिहड़ी अपने फरीद साहब का अगर समा अगर आप देखिए 1173 1266 उस समय की की कहते इस पंजाबी आ पंजाबी नाल मेल नहीं खाती। तो वह कहते हैं कि यह है कि शेख ब्रह्म की हो सकती है, गुरु नानक देव जी का वो समकाली सीगा, गुरु नानक देव जी का समकाली सी, उसकी हो सकती है। परंतु कई लोगों ने स्पष्ट कहता नहीं नहीं, ये फरीद साहब की ही बाणी है। और गुरमत विचारधारा सिख विचारधारा यही मनती हैगी है भाई ये शेख फरीद जी की ही बाणी हैगी है, इस उत्ते कोई किंतु परंतु नहीं, सिख विचारधारा के हिसाब से, क्योंकि गुरु ग्रंथ साहब च लिखी है। हुण कई तीजे लोग है वो कह रहे हैं भाई साहब रली मिली है, रली मिली एवें है भाई बाणी तो फरीद साहब की है, परंतु की कीता कि बाद जो शेख ब्रह्म है जिहड़ा वो भी फरीद सानी फरीद नाम च, क्योंकि राइटर जिहड़ा एक राइटर गद्दी नशीन की करते सी, अगले गद्दी तो अपने गुरु की जिहड़ा नाम है उन्होंने ही वरत्या करते सी, उस तो अग्गा गद्दी नशीन सीगा वही नाम वरत्या करता सी। तो वो कहते सी बाणी तो है, परंतु शेख ब्रह्म ने की करता कि उसनों उस समय की जिहड़ी भाषा है उस हिसाब नाल सैट करती, थोड़ी रली मिली बाणी है, इहदे विच योगदान शेख ब्रह्म का भी है। हुण इन्हां तिन्नां बारे आपां नूं अलग अलग पता होना चाहिए। सब तो पहला आपां गल करते हाँ कि बाबा फरीद की बाणी नूं शेख ब्रह्म की बाणी मनण वाले विद्वान जिहड़े आ मनदे कि बाबे फरीद की जिहड़ी बाणी है वो बाबे फरीद की बाणी नहीं, वो शेख ब्रह्म की बाणी है। वो विद्वान ने एक तो मिकालफ है भाई, एक है मिकालफ, और एक मिकालफ दा समकाली बाबा बुद्ध सिंह, फिर लाजवंती रामाकृष्णन, हजारी प्रसाद द्विवेदी, खलीद अहमद नजामी। इन्हों याद करने का सिंपल जा फंडा है भाई, इन्हों विचों सिर्फ बाबा बुद्ध सिंह है। बाबा बुद्ध सिंह यह मनता सीगा कि भाई ये रली मिली भी हो सकती है और शेख ब्रह्म की भी हो सकती है, दोनों उनके विचार सीगे, उनका नाम दोनों से लिखा गया। बाबा बुद्ध सिंह अगर छड़ दिता जाए तो बाकी कोई भी बंदा पंजाबी नहीं गा, भाई कोई भी बंदा है जेड़ा वो पंजाबी नहीं है।
मैकालफ अंग्रेज सीगा। लाजवंती राधा कृष्ण पंजाबी बारे काफी कुछ लिखा दा है, परंतु उनके नाम तो ही पता लगता है भाई लाजवंती रामा कृष्ण। पंजाबी बोलता जरूर सी, परंतु की कहते हैं कि सी वो हिंदू। हजारी प्रसाद द्विवेदी हिंदू विद्वान है भाई। अगे खलीद अहमद निजामी है जेड़ा, ये मुसलमान विद्वान है भाई। कहने का भाव मेरा यह है कि बुद्ध सिंह नूं छड्ड के बाकी कोई भी बंदा है जिहड़ी सिख विचारधारा नाल संबंधित नहीं है। इन्हू याद करने का सिंपल जिहा फंडा है भाई, कौन किहे लोग है जो बाबा फरीद की बाणी नूं शेख ब्रह्म की बाणी मनते ने, जेडे मनते ने बाबा फरीद की बाणी नहीं है शेख ब्रह्म की बाणी है। वह है मैकालफ, बुद्ध सिंह, लाजवंती रामाकृष्णन, हजारी प्रसाद द्विवेदी ते खलीद अहमद निजामी आ है। हुण अगले बंदे जेडे कहते हैं जी आ तां रली मिली है, रली मिली है फरीद साहब के टाइम लिखी गई सी और शेख ब्रह्म ने उस समय के भाषा के हिसाब ने इहदे विच कुछ बदलाव किए हैं। रली मिली फरीद दी भी और शेख ब्रह्म दी भी, दोनों की रली मिली बाणी। वह कहते जी बाबा बुद्ध सिंह कहते रली मिली है। बनारसी दास जैन कहते जी रली मिली है। तेजा सिंह, प्यारा सिंह भोगल, गोपाल सिंह दर्दी, सुरेंद्र सिंह कोहली, ये विद्वान ने, इन्हों के तुम नाम याद कर लियो भाई। फिर उस तो बाद शेख फरीद दी, कई तो कहते जी शेख फरीद दी ही बाणी है, कोई किंतु परंतु नहीं इसदी। और यह गल पूर्ण तौर पर जी सिख विचारधारा है, सिख लोग है पूर्ण तौर पर मनते हैं कि जी, और साबित भी हो चुके हैं कि यह जी बाणी है वह फरीद साहब दी ही बाणी है, इन कोई किंतु परंतु नहीं। वो लोग सन जीबी सिंह भाई, गुरबख्श सिंह, मोहन सिंह दीवाना, डॉक्टर मोहन सिंह दीवाना बहुत बड़ा योगदान रहा। और इन्हें जो पंजाबी साहित्य का इतिहास लिखा ने क्या भाई जिंदा मुंह जी करता है, कोई कहता इंदा कोई कहता इंदी है, नहीं इन्होंने सारे सबूत दिते और सबूत देने तो बाद दसिया कि भाई साहब ये बाणी है जी बाबे फरीद दी ही बाणी हैगी है और किसी की नहीं गी, कोई रलगढ़ नहीं, कोई कुछ नहीं गी। मोहन सिंह दीवाना ने अपने इतिहास के भी लिखा, बहुत बड़ा योगदान। उस तो बाद मौला बख्श कुश्ता, साहिब सिंह, प्रीतम सिंह ते कृपाल सिंह कसेल, ये कहते हैं भाई शेख फरीद दे। मैं तो इस लैंड में एवं याद किया भाई गुरबख्श सिंह भी मेरे चाचे का नाम सीगा, मोहन सिंह है जोड़ा वह भी मेरा चाचा है, ते प्रीतम सिंह है वह मेरी मम्मी का नाम है, कृपाल सिंह है अपना अंकल है, साहब सिंह अपना अंकल है। मैं क्या अपने तो सारे रिश्तेदार है, तो अपने सारे रिश्तेदार भैया मन्नी जाते हैं कि बाबे फरीद की बाणी हैगी है, तो मेरे की कहते हैं कि उवें याद हो गया। तो एवं तुम कितने ना कोई कनैक्ट है वो कर लियो, कनैक्ट करके जोड़ लियो। मोहन सिंह हो गया, कृपाल सिंह हो गया, प्रीतम सिंह हो गया, गुरबख्श सिंह हो गया। लो जी इस तरीके तुम कर लियो। उत्ते वाले थले वाले तो मैं याद किए मेरे रिश्तेदार है, और उत्ते वाले मैं एवं याद किए भैया इन्हों चो बुद्ध सिंह छड़ के तो कोई बंदा ही नहीं गा, सारे हिंदू विचारधारा तो संबंधित बंदे है। उन्होंने अगले ने कहता होना भैया ये नहीं गी फरीद की, विचालड़े भैया याद किते, विचालड़े याद किते, समझे चंगी तरह याद किते, तुम कुछ भी समझ लो उस तरीके भी करने पैने हैं। भला सारे याद कर लो, भला किसी तरीके अटैच करके याद कर लो, जिवें तुहानू चंगा लगे। आ सीगा अपने केड़ा किस तो संबंधित रहा है, इस बारे आपां नू पूरा पता होना चाहिए भाई। फिर उस तो बाद अगर आप गल करिए विशा के बारे, आप गल कर ही ली नासावानता, बंदगी, भय वगैरह उस दे बारे, और विषय पक्षों की है समाजिक ते धार्मिक जीवन नू प्रभावित करती है। तो सही है, सारी बाणी किनू प्रभावित करी, एक समाजिक जीवन नू भी प्रभावित करती है। भाई तू कित्थे चल रहे हैं, परमात्मा का नाम नहीं लेना और धार्मिकता नाल संबंधित है ही है, तो धार्मिक ते समाजिक जीवन नू प्रभावित करती है। ये अपना गुरु है ना जिहड़ा हजरत मुहम्मद साहब है जिहड़ा, उन्होंने अपना गुरु मनते सी भाई बाबा फरीद सी। और इन्होंने इस्लामी सिक्ख्या किस तो लीती, ये आप कल पढ़िया सी, इस्लामी सिक्ख्या मिनराजुद्दीन तो लीती सी भैया। और एक क्वेश्चन है जिहड़ा ध्यान रखना है भाई, अपना जिहड़ा गुरु किनू मिलने सी, हजरत मुहम्मद साहब नू, नैट दे विच आया होया है तां करके। उस तो बाद जे गल करिए तो बासरा के प्रतिनिधि सी, बासरा के प्रतिनिधि एक तो बेशरा, ये बेशब्द वगैरह ना, बेशब्द या बे अगर अगेतर कह लीए आप, अरबी फारसी वाले ने इस्तेमाल किया, जिवें शर्म, बेशरम, इस तरीके बहुत शब्द बने हुए हैं। पर आप गल करें सरा, बासरा,
सराह ਨੂੰ ਮੰਨਣ ਵਾਲਾ, शरीयत ਨੂੰ ਮੰਨਣ ਵਾਲਾ, शरीयत ਦੇ ਹਿਸਾਬ ਨਾਲ ਚੱਲਣ ਵਾਲਾ। ਬਾਸਰਾ ਬੇਸ਼ਰਾ शरीयत ਦੇ ਰਾਹ ਤੇ ਨਹੀਂ ਤੁਰਿਆ ਜਿਹੜਾ, ਉਹ ਬੇਸਰਾ। ਸਰਾ शरीयत ਦੇ ਹੱਦਾਂ ਨੂੰ ਪਾਰ ਕਰ ਗਿਆ, ਬੇਸਰਾ। ਪਰ ਜਿਹੜੇ ਫਰੀਦ ਸਾਹਿਬ ਸੀ ਉਹ ਬਾਸਰਾ ਸੀ। ਦੋਨਾਂ ਸ਼ਬਦਾਂ ਨੂੰ ਥੋੜਾ ਸਮਝ ਕੇ ਰੱਖਣਾ ਹੈ ਆਪਾਂ। ਬਾਸਰਾ ਬੇਸਰਾ ਆ ਜੇ ਔਰ ਆਪਾਂ ਨੂੰ ਬੇਸੁਰਾ ਤੇ ਬਾਸਰਾ ਲੱਗੇ, ਬਾਸਰਾ ਬੇਸੁਰਾ ਇਹ ਕੀ ਹੋ ਗਿਆ? ਨਹੀਂ, ਐਵੇਂ ਨਹੀਂ। ਬਾਸਰਾ ਸਰਾ ਦੇ ਅਧੀਨ शरीयत ਦੇ ਨਿਯਮਾਂ ਦਾ ਪਾਲਣ ਕਰਨ ਵਾਲਾ, ਬੇਸ਼ਰਾ ਸਰਾ ਦੇ ਨਿਯਮ ਦਾ ਪਾਲਣ ਨਹੀਂ ਕਰਨ ਵਾਲਾ, ਉਸ ਤੋਂ ਬਾਹਰ शरीयत ਦਾ ਜਿਹੜਾ ਪੂਰਨ ਤੌਰ ਤੇ ਪਾਲਣ ਨਹੀਂ ਕਰਤਾ। ਜਿਵੇਂ ਕਿ ਅੱਗੇ ਬੁੱਲੇ ਸ਼ਾਹ ਸੀਗਾ, ਉਸਨੇ ਫਿਰ ਕੀ ਕਹਿੰਦੇ ਆ ਕਿ शरीयत ਤੋਂ ਪੂਰੀ ਤਰ੍ਹਾਂ ਤੋਂ ਛੁੱਟੀ ਲੈ ਲਈ ਸੀ। ਸ਼ੁਰੂ ਚ ਜ਼ਰੂਰ ਪਾਲਣ ਕਰਦਾ ਸੀਗਾ, ਬਾਅਦ ਚ ਉਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ। ਉਸ ਦੇ ਬਾਰੇ ਆਪਾਂ ਉਸ ਸਮੇਂ ਪੜਾਂਗੇ। ਅੱਗੇ ਜਿਹੜਾ ਸੰਕਲਪ ਹੈ ਨੇਹੋ ਦਾ, ਬਿਰਹਾ ਦਾ, ਪੰਜਾਬੀ ਮਾਹੌਲ, ਪਤੀ ਪਤਨੀ ਨਾਲ, ਪ੍ਰੇਮੀ ਪ੍ਰੇਮਿਕਾ ਦਾ ਪ੍ਰਤੀਕ ਹੈ ਜਿਹੜਾ, ਇਹ ਪ੍ਰਤੀਕ ਜਿਹੜੇ ਵਰਤੇ ਨੇ, ਜਦੋਂ ਆਪਾਂ ਹੋਣੀ ਇਸ ਤੋਂ ਪਹਿਲਾਂ ਵੀ ਆਪਾਂ ਪੜਿਆ, ਇਸ ਚ ਆਪਾਂ ਨੂੰ ਪਤਾ ਨੇਹੋ ਪ੍ਰਤੀਕ ਵਰਤਿਆ ਬਈ, ਨੇਹੋ ਪ੍ਰਤੀਕ ਵਰਤਿਆ। ਬਿਰਹਾ ਦੀ ਗੱਲ ਕੀਤੀ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਇਹ ਬਿਰਹੇ ਦੀ ਗੱਲ ਕੀਤੀ ਬਈ, ਫਰੀਦ ਸਾਹਿਬ ਨਾਲ ਸੰਬੰਧਿਤ ਹੈ। ਉਸ ਤੋਂ ਪੰਜਾਬੀ ਮਾਹੌਲ, ਪੰਜਾਬੀ ਸੱਭਿਆਚਾਰ, ਉਸ ਦੀ ਗੱਲ ਕੀਤੀ। ਹੋਰ ਪਤੀ ਪਤਨੀ ਨਾਲ, ਪ੍ਰੇਮੀ ਪ੍ਰੇਮਿਕਾ ਦਾ ਪ੍ਰਤੀਕ ਵੀ ਹੈ, ਉਹ ਵਰਤਣਾ ਸ਼ੁਰੂ ਕੀਤਾ। ਪ੍ਰੇਮੀ ਪ੍ਰੇਮਿਕਾ ਦਾ ਵੀ, ਪਤੀ ਪਤਨੀ ਦਾ, ਪਤੀ ਪਤਨੀ ਦਾ ਜ਼ਿਆਦਾ ਵਰਤਿਆ ਹੈ। ਹੋਰ ਮੌਤ ਨੂੰ ਵਿਆਹ ਨਾਲ ਜੋੜਿਆ ਬਈ, ਮੌਤ ਨੂੰ ਵਿਆਹ ਦੇ ਨਾਲ ਜੋੜ ਰਿਹਾ। ਕਈ ਜਿਹੜੀ ਉਹਨਾਂ ਦੀ ਜਿਹੜੇ ਸ਼ਲੋਕ ਨੇ ਉਹਦੇ ਵਿੱਚ ਵਿਆਖਿਆ ਕਰਦੇ ਤਾਂ ਪਤਾ ਲੱਗਦਾ ਬਈ ਉਸ ਦਾ ਜਿਹੜਾ ਅਰਥ ਬਣਦਾ ਹੈ ਬਈ ਇੱਕ ਦਿਨ ਉਸ ਨੇ ਆਣਾ ਹੈ, ਮੌਤ ਰੂਪੀ ਲਾੜੇ ਨੇ ਆਣਾ ਹੈ, ਹੋਰ ਜਿੰਦੜੀ ਜਿਹੜੀ ਲਾੜੀ ਹੈ ਉਹਨੂੰ ਵਿਆਹ ਕੇ ਲੈ ਜਾਣਾ ਹੈਗਾ, ਪਰ ਫਿਰ ਉਸ ਦਿਨ ਕਹਾਣੀ ਖਤਮ। ਇਹ ਹੈ ਮੌਤ ਰੂਪੀ ਲਾੜੇ ਨੇ ਆਣਾ ਹੈ, और अपनी आत्मा रूपी कह लो जिंदगी रूपी लाड़ी होगी, ਉਹਨੂੰ ਉਹ ਵਿਆਹ ਕੇ ਲੈ ਜਾਏਗਾ और अपना जीवन है खत्म हो जाऊगा। ਇਹ ਜਿਹੜੇ ਪ੍ਰਤੀਕ ਨੇ ਇਸਤੇਮਾਲ ਕੀਤੇ ਹੈ, ਜਿਹੜੇ ਉਹ ਫਰੀਦ ਸਾਹਿਬ ਨੇ ਇਸਤੇਮਾਲ ਕੀਤੇ ਹੈ ਬਈ। ਹੋਰ ਸੰਜਮਈ ਸ਼ੈਲੀ ਵਗੈਰਾ ਇਸ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਹੈ ਬਈ। ਇਹ ਆਪਣੇ ਫਰੀਦ ਸਾਹਿਬ ਬਾਰੇ ਸੀ। ਜੇ ਤੁਹਾਨੂੰ ਕੋਈ ਵੀ ਇਹਦੇ ਵਿੱਚੋਂ ਕੋਈ ਚੀਜ਼ ਸਮਝ ਨਾ ਆਈ ਹੋਵੇ ਤਾਂ ਭਾਈ ਦੱਸੋ। ਇੱਕ ਕੀ ਕਹਿੰਦੇ ਆ ਕਿ ਚੀਜ਼ ਆਪਣੀ ਰਹਿ ਗਈ ਹੈ, ਫਰੀਦ ਸਾਹਿਬ ਨੇ ਜਿਹੜੀਆਂ ਗੱਲਾਂ ਦਸੀਆਂ, ਜਿਹੜੀ ਫਰੀਦ ਸਾਹਿਬ ਦੀ ਰੂਹਾਨੀ ਯਾਤਰਾ ਸੀਗੀ ਉਸ ਬਾਰੇ ਆਪਾਂ ਕਰਾਂਗੇ ਬਈ ਚਰਚਾ। ਫਰੀਦ ਸਾਹਿਬ ਦੀ ਰੂਹਾਨੀ ਯਾਤਰਾ, ਜਿਵੇਂ 5 ਖੰਡ ਜਪਜੀ ਸਾਹਿਬ ਦਿੱਤੇ ਗਏ ਹੈ, ਪਰਮਾਤਮਾ ਨੂੰ ਪਾਣ ਦੇ ਬਾਰੇ ਦੱਸਿਆ ਗਿਆ ਹੈ, ਐਵੇਂ ਫਰੀਦ ਸਾਹਿਬ ਇੱਕ ਰੂਹਾਨੀ ਯਾਤਰਾ ਦਾ ਵਰਣਨ ਕਰਦੇ ਆ। ਕਿਸ ਤਰੀਕੇ ਨਾਲ ਆਪਾਂ ਧੀਰੇ ਧੀਰੇ ਪੜਾ ਦਰ ਪੜਾ ਉਸ ਰੂਹਾਨੀ ਅਨੁਭਵ ਨੂੰ ਪਾ ਸਕਦੇ ਹਾਂ, ਉਸ ਬਾਰੇ। ਇਹਨਾਂ ਦੇ ਜਿਹੜੇ ਸ਼ਬਦ ਨੇ, ਆ ਸ਼ਬਦਾਂ ਦੇ ਅਰਥ ਆਪਾਂ ਨੂੰ ਪਤਾ ਹੋਣਾ ਚਾਹੀਦਾ। ਇਹ ਆ ਸਕਦਾ ਹੈ ਬਈ ਇਸ ਦਾ ਅਰਥ ਕੀ ਹੈ, ਮਾਰਫਤ ਦਾ ਅਰਥ ਕੀ ਹੈ, ਹਕੀਕਤ ਦਾ ਅਰਥ ਕੀ ਹੈਗਾ, ਸ਼ਰੀਅਤ ਦਾ ਅਰਥ ਕੀ ਹੈ। ਸ਼ਰੀਅਤ ਤਾਂ ਸਰਲ ਹੋ ਜਾਊਗਾ, ਉਸ ਤੋਂ ਅੱਗੇ ਮਾਰਫਤ ਦਾ, ਹਕੀਕਤ ਦਾ, ਇਹਨਾਂ ਸਾਰਿਆਂ ਦੇ ਆਪਾਂ ਨੂੰ ਹੋਣਾ ਚਾਹੀਦਾ ਜਦੋਂ ਵੀ। ਕਿਉਂਕਿ ਪੇਪਰ ਜੇ ਤੁਸੀਂ ਪੰਜਾਬ ਵਾਲੇ ਪੇਪਰ ਦੇਖੋ, ਮਾਸਟਰ ਕਾਡਰ ਦੇ, ਭਲਾ ਆਪਣੇ ਮਾਸਟਰ ਕਾਡਰ ਦੇ ਪੇਪਰ ਦੇਖੀਏ ਤਾਂ ਉਹਨਾਂ ਵਿੱਚੋਂ ਕੀ ਹੁੰਦਾ ਕਿ ਇਹ ਜੇ ਪ੍ਰਸ਼ਨ ਪੁੱਛੇ ਗਏ ਨੇ। ਹੁਣ ਆਪਾਂ ਗੱਲ ਕਰਾਂਗੇ ਬਾਬਾ ਫਰੀਦ ਦੀ, ਬਾਬਾ ਫਰੀਦ ਦੀ ਰੂਹਾਨੀ ਯਾਤਰਾ ਦੀ ਪਈ। ਬਾਬਾ ਫਰੀਦ ਦੀ ਰੂਹਾਨੀ ਯਾਤਰਾ, ਉਹਨਾਂ ਨੇ ਕੀ ਦੱਸਿਆ? ਉਹਨਾਂ ਨੇ ਕੀ ਦੱਸਿਆ? ਜਿਹੜੇ ਪਹਿਲਾ ਪੜਾਅ ਦੱਸਿਆ ਹੈਗਾ ਸ਼ਰੀਅਤ ਬਾਈ, ਪਹਿਲਾ ਪੜਾਅ ਸ਼ਰੀਅਤ ਬਾਰੇ, ਔਰ ਦੂਜਾ ਦੱਸਿਆ ਹੈ ਤਰੀਕਤ, ਔਰ ਤੀਜਾ ਦੱਸਿਆ ਹੈਗਾ ਹੈ ਜੀ ਮਾਰਫਤ, ਔਰ ਚੌਥਾ ਦੱਸਿਆ ਜੀ ਹਕੀਕਤ। ਇਹਦਾ ਆਪਾਂ ਇੱਕ ਸੂਤਰ ਵੀ ਬਣਾਇਆ ਹੋਇਆ ਸਤਮਾ ਬਈ, ਸਤਮਾਹਾ। ਸਤਮਾ ਬੱਚਾ ਨਹੀਂ ਹੋ ਜਾਂਦਾ, ਜਿਵੇਂ ਸਤਮਾ ਸੂਤਰ ਬਣਾਇਆ ਹੋਇਆ। ਸਤਮਾ ਫਰੀਦ ਸਾਹਿਬ ਦੀ ਜਿਹੜੀ ਯਾਤਰਾ ਹੈ ਸਤਮਾ, ਇਹ ਆਪਾਂ ਨੂੰ ਧਿਆਨ ਰੱਖਣਾ ਹੈ ਫਰੀਦ ਸਾਹਿਬ ਨੇ ਕੀ ਦੱਸਿਆ ਸੀ ਇਹਦੇ ਬਾਰੇ, ਔਰ ਬੁੱਲੇ ਸ਼ਾਹ ਨੇ ਕੀ ਦੱਸਿਆ ਸੀਗਾ, ਫਰੀਦ ਸਾਹਿਬ ਨੇ ਕੀ ਦੱਸਿਆ ਸੀਗਾ, ਤੇ ਉਸ ਬਾਰੇ ਆਪਾਂ ਨੂੰ ਧਿਆਨ ਹੋਣਾ ਚਾਹੀਦਾ। ਹੁਣ ਆਪਾਂ ਫਰੀਦ ਸਾਹਿਬ ਦੀ ਗੱਲ ਕਰ ਰਹੀਏ। ਸਤਮਾ ਸਭ ਤੋਂ ਪਹਿਲਾਂ ਸ਼ਰੀਅਤ, ਫਿਰ ਗੱਲ ਕੀਤੀ ਤਰੀਕਤ ਦੀ, ਫਿਰ ਗੱਲ ਕੀਤੀ ਮਾਰਫਤ ਦੀ, ਫਿਰ ਗੱਲ ਕੀਤੀ ਹਕੀਕਤ ਦੀ। ਪਹਿਲਾ ਜਿਹੜਾ ਪੜਾਅ ਹੈ ਉਹ ਸ਼ਰੀਅਤ ਦਾ ਪੜਾਅ ਹੈ। ਸਭ ਤੋਂ ਪਹਿਲਾਂ ਕੀ ਹੈ ਕਿ ਸ਼ਰੀਅਤ ਦੀ ਗੱਲ, ਸ਼ਰੀਅਤ ਦੇ ਵਿੱਚ ਕੀ ਹੋ ਗਿਆ, ਉਹ 5 ਟਾਈਮ ਨਮਾਜ਼ ਪੜ੍ਹਦਾ ਹੈ, ਹਜ ਕਰਦਾ ਹੈ,
ਹਜ ਜਾਂਦਾ ਹੈਗਾ ਹੈ, ਰੋਜ਼ੇ ਰੱਖਦਾ ਹੈਗਾ ਹੈ, ਕੁਰਾਨ ਨੂੰ ਪਵਿੱਤਰ ਆਪਣਾ ਮੰਨਦਾ ਹੈ, ਮੁਹੰਮਦ ਸਾਹਿਬ ਨੂੰ ਮੰਨਦਾ ਹੈਗਾ ਹੈ, ਮਸਜਿਦ ਜਾਂਦਾ ਹੈ। ਇਸ ਤਰੀਕੇ ਦੀਆਂ ਸਾਰੀਆਂ ਜਿਹੜੀਆਂ ਪਾਬੰਦੀ ਵਾਲੀਆਂ ਗੱਲਾਂ ਨੇ ਉਹ ਆਪਣੇ ਨਿਤਨੇਮ ਦੇ ਅੰਦਰ ਰਹਿੰਦਾ ਹੈਗਾ ਹੈ। ਉਹ ਸ਼ਰੀਅਤ ਦਾ ਪਾਲਣ ਕਰਦਾ ਹੈ। ਸ਼ਰੀਅਤ ਦੇ ਵਿੱਚ ਸਾਰੇ ਜਿਹੜੇ ਮੁਸਲਮਾਨ ਜਾਂ ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜੇ ਬਣਾਏ ਹੋਏ ਜਿੰਨੇ ਵੀ ਨਿਯਮ ਹੈਗੇ ਨੇ ਜਿਹੜੇ ਕਿ ਮੁਸਲਮਾਨਾਂ ਨੂੰ ਪਾਲਣ ਕਰਨੇ ਚਾਹੀਦੇ ਨੇ ਉਹ ਸਾਰੇ ਸ਼ਰੀਅਤ ਦੇ ਅੰਦਰ ਆਉਂਦੇ ਨੇ ਬਈ। ਸ਼ਰੀਅਤ ਦੇ ਅੰਦਰ ਇਸ ਦੇ ਵਿੱਚ ਆਪਣੇ ਕੀ ਆ ਜਾਊਗਾ, ਨਮਾਜ਼ ਆ ਜਾਊਗਾ, ਨਮਾਜ਼ ਪੜ੍ਹਨੀ ਹੈ ਰੋਜ਼, ਜ਼ਕਾਤ ਆ ਜਾਊਗਾ, ਜ਼ਕਾਤ ਬਈ ਜਿਵੇਂ ਆਪਣੇ ਦਸਵੰਧ ਕੱਢਦੇ ਹੁੰਦੇ ਆ ਉਵੇਂ ਇਹ ਕੀ ਕਹਿੰਦੇ ਆ ਮੁਸਲਮਾਨ ਜ਼ਕਾਤ ਕੱਢਦੇ ਆ, ਆਪਣਾ ਕੁਝ ਹਿੱਸਾ ਦਾਨ ਕਰਨਾ ਬਈ, ਜ਼ਕਾਤ ਆ ਜਾਊਗਾ। ਉਸ ਤੋਂ ਬਾਅਦ ਰੋਜ਼ੇ ਆ ਗਿਆ, ਫਿਰ ਹਜ ਆ ਗਿਆ ਬਈ, ਹਜ ਕਰਨ ਵਾਸਤੇ ਜਾਣਾ ਹੈ। ਫਿਰ ਉਸ ਤੋਂ ਬਾਅਦ ਤਰੀਕਤ ਦੀ ਅਗਰ ਗੱਲ ਕਰੀਏ ਅਗਲੀ ਜਿਹੜੀ ਮੰਜ਼ਿਲ ਹੈ ਉਹ ਤਰੀਕਤ ਦੀ, ਇਹਨੂੰ ਮੰਜ਼ਿਲੇ ਸਲੂਕ ਵੀ ਕਹਿੰਦੇ ਆ ਬਈ, ਮੰਜ਼ਿਲੇ ਸਲੂਕ ਕਹਿੰਦੇ ਆ, ਜਾਂ ਫਿਰ ਆਪਾਂ ਇਸ ਤੋਂ ਸਰਲ ਸ਼ਬਦਾਂ 'ਚ ਲਿਖੀਏ ਵਿਵਹਾਰ ਤੇ ਕਰਮਸ਼ੀਲਤਾ ਦੀ ਮੰਜ਼ਿਲ। ਮੰਜ਼ਿਲੇ ਸਲੂਕ ਵਿਵਹਾਰ ਤੇ ਕਰਮਸ਼ੀਲਤਾ ਦੀ ਮੰਜ਼ਿਲ। ਥੋੜਾ ਬੰਦੇ ਨੂੰ ਵਿਵਹਾਰਕ ਹੋਣਾ ਚਾਹੀਦਾ ਹੈ, ਕਰਮ ਕਰਨੇ ਚਾਹੀਦੇ, ਕਰਮਾਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ, ਚੰਗੇ ਕਰਮ ਕਰੋ। ਇਸ ਤਰੀਕੇ ਦਾ ਸਾਰਾ ਜਿਹੜਾ ਹੈਗਾ ਹੈ ਉਹ ਤਰੀਕਤ ਦੇ ਅੰਦਰ ਹੈ ਬਈ। ਫਿਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਆਪਾਂ ਮਾਰਫਤ ਦੀ, ਮਾਰਫਤ ਦਾ ਮਤਲਬ ਹੁੰਦਾ ਹੈ ਬ੍ਰਹਮ ਗਿਆਨ। ਮਾਰਫਤ ਦਾ ਅਰਥ ਹੁੰਦਾ ਹੈ ਬ੍ਰਹਮ ਗਿਆਨ। ਜਿਹੜਾ ਇਹ ਗਿਆਨ ਹੈ ਉਹ ਦੋ ਤਰੀਕੇ ਦਾ ਹੁੰਦਾ ਹੈ। ਇੱਕ ਤਾਂ ਇਲਮੀ, ਦਿਮਾਗ ਜਿਹੜਾ ਇਲਮੀ ਗਿਆਨ ਬੰਦੇ ਨੂੰ ਜਿਹੜਾ ਬੋਧ ਹੁੰਦਾ ਹੈ ਬੁੱਧੀ ਰਾਹੀਂ, ਬੁੱਧੀ ਦੇ ਵਿੱਚ ਜਿਹੜਾ ਉਹਦੇ ਗਿਆਨ ਹੈ ਉਹ ਇੱਕ ਤਾਂ ਉਹ ਹੋ ਗਿਆ ਇਲਮੀ। और दूजा है हाली बई, दिल तो दिल च बसा लिए। एक तो परमात्मा को दिमाग च बसाना, डरना, और उस तो फिर की कहते हैं कि नाम लेना वगैरह ये होर भी बहुत सारा ज्ञान। क्योंकि जेड़े भी विद्वान होए सूफी फकीरां दे बाल करिए तो उन्होंने की किया, उन्होंने बहुत नॉलेज सीगा, बहुत ज्ञान सीगा। विद्वता होनी एक अलग चीज होती है बई, कोई बंदा बहुत विद्वान है उन्होंने बहुत सारी जानकारी है, उन्होंने बहुत सारा नॉलेज है, ये एक दूजी गल है। हाली एक दूजी गल है। जब बहुत बड़े बड़े बाबे देखे होंगे, बहुत बड़े बड़े प्रचारक होंगे, उन्होंने बहुत नॉलेज है, परंतु की उत्थे वो दिलों के उन्होंने दिलों के अंदर रब बसिया है। आ जी अगली गल है वो हाली। हाली बई दिल के अंदर भी वो चीज है या नहीं, कि कली दिमाग के विच ही है बई बड़ी नॉलेज है, बड़िया बड़िया वड्डियां गल्लां कर लिया बई, झूठ नहीं बोलना, ये नहीं करना, वो नहीं करना, कि उन्हें खुद अपनाया है कि आ चीज। ये जी दूजी गल है ज्ञान की। आप गल करें मार्फत की, ब्रह्म ज्ञान की। जिहड़ा ब्रह्म ज्ञान है वो लगभग सारिਆਂ ਨੂੰ ही है, इलमी सारिਆਂ ਨੂੰ है, परमात्मा है, रब का नाम लो, ये करो वो करो, सब पता है। हाली किन्ने को मनते हैं, किन्ने को दिल च वसा रखे है, किन्ने पूर्ण तौर पर दिल च वसा के रब बारे ही सोचते हैं। हाली और इन्ना दोनों ये दोनों जो एक हो जाते हैं तो वह शिखर होंगे है बई, इलमी ते हाली। अगर दोनों एक हो गए, जो दिमाग चल रहा है उन्होंने बहुत बड़ी विद्वता है कि उन्हें दिल च अपना लिया, जो ये दोनों एक हो गए तो ਉਹਨੂੰ ਗਿਆਨ ਦਾ ਸਿਖਰ ਹੈ, ਉਹਦੇ ਗਿਆਨ ਦਾ ਸਿਖਰ ਹੈ ਬਈ, ਜਿਹੜਾ ਉਹਦੇ ਦਿਮਾਗ ਸੀਗਾ, ਜਿਹੜੀਆਂ ਉਹਦੀਆਂ ਗੱਲਾਂ ਸੀ ਲੋਕਾਂ ਨੂੰ ਦੱਸਦਾ ਹੈ ਜਾਂ ਖੁਦ ਵੀ ਉਹਦੇ ਉੱਤੇ ਇੰਪਲੀਮੈਂਟ ਕਰਦਾ ਹੈ ਉਹ ਬੰਦਾ। ਤੇ ਇਹ ਕੀ ਹੈ, ਇਲਮੀ ਤੇ ਹਾਲੀ ਦੋਨੋਂ ਇੱਕ ਹੋ ਜਾਣਗੇ, ਇਹ ਸਿਖਰਲੀ ਅਵਸਥਾ ਹੋਊਗੀ ਬ੍ਰਹਮ ਗਿਆਨ ਦੀ। ਫਿਰ ਅਗਲੀ ਅਖੀਰਲੀ ਜਿਹੜੀ ਹਕੀਕਤ ਦੀ ਗੱਲ ਕੀਤੀ ਹੈ, ਹਕੀਕਤ ਦੀ ਜਿਹੜੀ ਗੱਲ ਕੀਤੀ ਹੈ, ਇਸ ਪੜਾਅ ਦਾ ਹਕੀਕਤ ਦਾ ਮਤਲਬ ਹੈ ਰੂਹਾਨੀ ਅਨੁਭਵ। रूहानी अनुभव। फिर बंदे नूं रूहानी अनुभव हो जाता है, आत्मा परमात्मा च अभेद सचखंड प्रवेश, और बंदा है जिहड़ा वो रूहानीयत चला जाता है, हर रूह दे विच उहनूं रब दिखदा है। हुण चप्पे चप्पे ते कण कण विच रब दिस रहा है, और उहदे अनुभव ने जिहड़े पूर्ण तौर ते रूहानी हो चुके। हुण उस ते कोई असर नहीं, कुछ भी कोई असर नहीं, जिवें मर्जी हो जाए, वो तो बस परमात्मा च वो हुण किसी दा बुरा नहीं कर सकता, हर तरफ उन्होंने चंगा चंगा दिख रहा है। रूहानी अनुभव ये जिहड़ियां यात्रावां दसियां ने, फरीद साहब ने रूहानी यात्रा दसी है वो। पर जिहड़ा प्रोफेसर मोहन सिंह है वो की करता है कि इनू पहले पड़ाव का कवि बनता है, पहले पड़ाव का कवि इस कारण प्रोफेसर मोहन सिंह बनता है क्योंकि प्रोफेसर मोहन सिंह कहता है कि फरीद साहब ने की किया, शरीयत तो बाहर गए नहीं, शरीयत के अंदर ही रहे। उन्होंने मुल्ले मुलाणियां दा जिहड़े उस टाइम कर्म कांड कर रहे सी लोग, उन्हों का विरोध ही नहीं किया। उन्होंने यह गल कही बई कोई भी चीज़ है वो थोड़ा चुक के बर्दाश्त कर लो, जिवें हुणी आपां पढ़िया सीगा, खवन गुण सहार लो,
ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਸੀਗਾ। ਜਿਸ ਟਾਈਮ ਜਿਹੜਾ ਵੀ ਉਹ ਮੁੱਲੇ ਮੁਲਾਣੇ ਕੁਝ ਵੀ ਭ੍ਰਸ਼ਟਾਚਾਰ ਵਗੈਰਾ ਹੋ ਰਿਹਾ ਸੀਗਾ, ਧਾਰਮਿਕ ਭ੍ਰਸ਼ਟਾਚਾਰ ਜਿਹੜਾ ਕਿ ਅੱਜ ਵੀ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ, ਤੇ ਉਸ ਦਾ ਵਿਰੋਧ ਨਹੀਂ ਕੀਤਾ। ਇਸ ਕਾਰਨ ਉਹਨੇ ਪਹਿਲੇ ਪੜਾਅ ਦਾ ਕਵੀ ਕਿਹਾ ਹੈ ਬਾਬੇ ਫਰੀਦ ਨੂੰ। ਤੇ ਜਿਹੜੇ ਅਗਲੇ ਕਵੀ ਸੀ ਉਹ ਕਈ ਦੂਜੇ ਪੜਾਅ ਤੱਕ ਪਹੁੰਚੇ, ਉਹਨਾਂ ਨੇ ਵਿਰੋਧ ਕਰਤਾ, ਹੋਰ ਦੱਸਿਆ ਇਸ ਤੱਕ, ਫਿਰ ਉਹਨਾਂ ਨੂੰ ਦੂਜੇ ਪੜਾਅ ਦਾ ਕਵੀ ਕਿਹਾ। ਇਸ ਤਰੀਕੇ ਨਾਲ ਪੜਾਅ ਦਰ ਪੜਾਅ ਆਪਣੇ ਆਪਣੇ ਉਹਨਾਂ ਨੇ ਬਣਾ ਲਏ। ਉਹ ਮੈਂ ਮੋਹਨ ਸਿੰਘ ਵਾਲਾ ਤੁਹਾਨੂੰ ਦੱਸਦਾ ਹੈ ਉਹ ਕਿਉਂ ਪਹਿਲੇ ਪੜਾਅ ਦਾ ਕਵੀ ਮੰਨਦਾ ਹੈ। ਇਸ ਕਾਰਨ ਇੱਕ ਦੀਵਾਨ ਤੇ ਦੀਵਾਨਾ, ਦੀਵਾਨ ਤੇ ਦੀਵਾਨਾ ਇਹ ਦੋ ਸ਼ਬਦ ਯਾਦ ਰੱਖਣੇ ਆ। ਦੀਵਾਨ ਦੀਵਾਨ ਸਿੰਘ, ਦੀਵਾਨਾ ਡਾਕਟਰ ਮੋਹਨ ਸਿੰਘ ਦੀਵਾਨਾ ਪਹਿਲੇ ਇਤਿਹਾਸਕ ਪੜਾਅ ਦਾ ਕਵੀ ਮੰਨਦੇ ਨੇ ਬਾਬੇ ਫਰੀਦ ਨੂੰ। ਬਾਬੇ ਫਰੀਦ ਦੀਆਂ ਬਈ ਰੂਹਾਨੀ ਯਾਤਰਾ, ਚਾਰ ਸਰੀਅਤ, ਸਰਾਂ ਦਾ ਪਾਲਨ, ਸਰਾਂ ਦਾ ਪਾਲਨ, ਤਰੀਕਤ, ਕਰਮਸ਼ੀਲਤਾ, ਵਿਵਹਾਰਿਕਤਾ, ਕਰਮਸ਼ੀਲਤਾ, ਕਿਉਂਕਿ ਵਿਵਹਾਰ ਚ ਤਾਂ ਲੈ ਕੇ ਆਓ ਉਹਨਾਂ ਚੀਜ਼ਾਂ ਨੂੰ, ਵਿਵਹਾਰ ਵਿੱਚ ਤੇ ਲੈਣਾ ਹੈਗਾ। ਕਿਧਰ ਐਵੇਂ ਇਕੱਲਾ ਗਿਆਨ ਕਿਉਂਕਿ ਵਿਵਹਾਰ ਵੀ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਮਾਰਫਤ, ਮਾਰਫਤ ਬ੍ਰਹਮ ਗਿਆਨ। ਬ੍ਰਹਮ ਗਿਆਨ ਚ ਦੋ ਦੱਸਿਆ ਬਈ, ਇਲਮੀ ਤੇ ਹਾਲੀ, ਦੋਨੋਂ ਇੱਕ ਹੋ ਜਾਣ ਬ੍ਰਹਮ ਗਿਆਨ ਦਾ ਸਿਖਰ ਹੈ। ਔਰ ਜਦੋਂ ਇਹ ਸਾਰੀਆਂ ਅਵਸਥਾਵਾਂ ਪਾਰ ਕਰਦਾ ਗਿਆ ਉਸ ਤੋਂ ਬਾਅਦ ਬੰਦਾ ਪਹੁੰਚਦਾ ਹੈ ਹਕੀਕਤ, ਰੂਹਾਨੀ ਅਨੁਭਵ ਤੇ। ਬਸ ਇਸ ਤਰੀਕੇ ਨਾਲ ਪੜਾਅ ਦਰ ਪੜਾਅ ਪਾਰ ਕਰਦਾ ਹੈ। ਕਿਉਂਕਿ ਸਭ ਤੋਂ ਪਹਿਲਾਂ ਕੀ ਕਹਿੰਦੇ ਆ ਕਿ ਤੁਹਾਨੂੰ ਭਲਾ ਕੋਈ ਵੀ ਧਰਮ ਹੋਵੇ ਉਹਨੇ ਆਪਣੇ ਨਿਯਮ ਬਣਾਏ ਹੈ ਬਈ, ਆਪਣੇ ਆਪਣੇ ਨਿਯਮ ਨਿਤਨੇਮ ਦੇ ਉਹਨਾਂ ਨੇ ਬਣਾਏ ਹੈਗੇ ਆ। ਫਿਰ ਬੰਦਾ ਉਸ ਤੋਂ ਥੋੜਾ ਉਤਾਂਹ ਹੋ ਜਾਂਦਾ ਹੈ, ਤਰੀਕਤ ਤੇ ਪਹੁੰਚ ਜਾਂਦਾ ਹੈ, ਫਿਰ ਥੋੜਾ ਹੋਰ ਉਤਾਂਹ ਨੂੰ ਉਹਨੂੰ ਗਿਆਨ ਹੋ ਜਾਂਦਾ ਹੈ। ਇੱਥੇ ਵੀ ਗਿਆਨ, ਇੱਥੇ ਵੀ ਗਿਆਨ, ਸਾਰੇ ਪਾਸੇ ਜਦੋਂ ਸਾਰੇ ਪਾਸੇ ਸਭ ਕੁਝ ਹੋ ਜੇ, ਹੋਰ ਇੱਕਦਮ ਉੱਤੇ ਸੱਚਖੰਡ ਪ੍ਰਵੇਸ਼, ਜਿਵੇਂ ਆਪਣੇ ਦੱਸਿਆ ਹੋਇਆ ਹੈ ਗੁਰਬਾਣੀ ਦੇ ਅੰਦਰ, ਹਕੀਕਤ ਹੋ ਗਈ, ਰੂਹਾਨੀ ਅਨੁਭਵ ਨੂੰ ਹੋ ਗਿਆ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਫਰੀਦ ਸਾਹਿਬ ਨੇ ਦੱਸੀਆਂ ਬਈ। ਇਹ ਸੀਗਾ ਆਪਣੇ ਫਰੀਦ ਸਾਹਿਬ ਦੇ ਬਾਰੇ। ਔਰ ਫਰੀਦ ਸਾਹਿਬ ਦੇ ਨਾਂ ਤੇ ਫਰੀਦਕੋਟ ਜਿਹੜਾ ਹੈਗਾ ਹੈ ਸ਼ਹਿਰ, ਉਹ ਫਰੀਦ ਸਾਹਿਬ ਦੇ ਨਾਂ ਤੇ ਹੈ ਬਈ। ਤੇ ਉੱਥੇ ਟਿੱਲਾ ਬਾਬਾ ਫਰੀਦ ਹੈ ਜਿਹੜਾ ਉਹ ਵੀ ਉੱਥੇ ਬਣਿਆ ਹੋਇਆ ਹੈ। ਔਰ ਇੱਕ ਗੋਦੜੀ ਸਾਹਿਬ ਗੁਰਦੁਆਰਾ ਹੈ ਜਿਹੜਾ ਉਹ ਵੀ ਉੱਥੇ ਬਣਿਆ ਹੋਇਆ ਹੈ ਬਾਬੇ ਫਰੀਦ ਦਾ। ਇਹ ਕੁਝ ਥਾਵਾਂ ਸੀ ਜੋ ਬਾਬੇ ਫਰੀਦ ਦੇ ਨਾਂ ਤੇ ਸੀਗੀਆਂ। ਫਿਰ ਹੁਣ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ, ਅੱਗੇ ਹੁਣ ਜੇ ਅਗਲੇ ਸੂਫੀ ਦੀ ਗੱਲ ਕਰੀਏ, ਕਿਉਂਕਿ ਆਪਣੇ ਕੀ ਸੂਫੀ ਕਾਵਧਾਰਾ ਲਿਖਿਆ ਹੋਇਆ ਹੈ ਸ਼ਬਦ ਸਿਲੇਬਸ ਦੇ, ਸੂਫੀ ਕਾਵਧਾਰਾ। ਸੂਫੀ ਕਾਵਧਾਰਾ ਮਤਲਬ ਸੂਫੀ ਕਾਵਧਾਰਾ ਤੇ ਹੋਰ ਵੀ ਕਿਸੇ ਜਿਹੜੇ ਛੋਟੇ ਸੂਫੀ ਆ ਉਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ। ਹੋਰ ਜਿਹੜੇ ਸੂਫੀਆਂ ਦਾ ਆਪਣੇ ਨਾਮ ਦੇ ਰੱਖਿਆ ਹੈ ਉਹਦੇ ਬਾਰੇ ਆਪਾਂ ਵਿਸਥਾਰ ਨਾਲ ਚਰਚਾ ਕਰਾਂਗੇ। ਹੋਰ ਜਿਹੜੇ ਸੂਫੀ ਹੈ ਉਹਨਾਂ ਬਾਰੇ ਵੀ ਆਪਾਂ ਨੂੰ ਥੋੜੀ ਥੋੜੀ ਜਾਣਕਾਰੀ ਹੋਣੀ ਚਾਹੀਦੀ ਹੈ। ਹੁਣ ਆਪਾਂ ਜੇ ਗੱਲ ਕਰ ਲਈਏ ਇਸ ਤੋਂ ਅਗਲੇ ਜਿਹੜੇ ਸੂਫੀ ਸਨ, ਸ਼ੇਖ ਬ੍ਰਹਮ। ਸ਼ੇਖ ਬ੍ਰਹਮ ਜਿਹੜਾ ਹੈਗਾ ਹੈ, ਸ਼ੇਖ ਬ੍ਰਹਮ ਫਰੀਦ ਸਾਨੀ ਵੀ ਕਹਿੰਦੇ ਇਹਨੂੰ, ਸ਼ੇਖ ਬ੍ਰਹਮ ਵੀ ਕਹਿੰਦੇ ਆ। 12ਵੀਂ ਸਦੀ 12ਵੀਂ ਗੱਦੀ ਨਸੀਨ ਸੀ ਬਈ, 12ਵਾਂ ਗੱਦੀ ਨਸੀਨ ਸੀ, ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ। ਔਰ ਜਿਹੜਾ ਕਾਹਨ ਸਿੰਘ ਨੱਬ ਹੈ ਇਹਨੂੰ 11ਵਾਂ ਗੱਦੀ ਨਸੀਨ ਮੰਨਦਾ ਹੈ। ਬਾਕੀ ਸਾਰੇ ਤਾਂ ਮੰਨਦੇ ਆ ਬਈ ਫਰੀਦ ਸਾਹਿਬ ਤੋਂ ਲੈ ਕੇ ਜੇ ਕਰਮ ਗਿਣੀਏ ਤਾਂ 12ਵਾਂ ਹੈ, ਪਰੰਤੂ ਕਾਹਨ ਸਿੰਘ ਨਾਭਾ ਕਹਿੰਦਾ ਹੈ ਕਿ ਨਹੀਂ, ਇਹਦਾ ਜਿਹੜਾ ਕਰਮ ਬਣਦਾ ਹੈ ਨਾ ਉਹ 11ਵਾਂ ਬਣਦਾ ਹੈ, ਗੁਰੂ ਨਾਨਕ ਦਾ ਸਮਕਾਲੀ ਹੈ। ਔਰ ਕਵਿਤਾ ਦਾ ਇਹਦਾ ਵਿਸ਼ਾ ਉਹੀ ਹੈ ਜਿਹੜਾ ਫਰੀਦ ਸਾਹਿਬ ਦਾ ਵਿਸ਼ਾ ਹੈਗਾ। ਨਾਸਾਵਾਨਤਾ ਦੀ ਗੱਲ ਕੀਤੀ ਹੈ, ਹਉਮੈ ਦੀ ਗੱਲ ਕੀਤੀ ਹੈ, ਸੰਗਤ ਕੁਸੰਗਤ ਦੀ ਇਹਨਾਂ ਨੇ ਗੱਲ ਕੀਤੀ ਹੈ। ਚਿਸ਼ਤੀ ਸਿਲਸਿਲੇ ਤੋਂ ਹੀ ਫਰੀਦ ਸਾਹਿਬ ਦੇ ਸੰਬੰਧ ਸੀਗੇ, ਤਾਂ ਫਰੀਦ ਸਾਹਿਬ ਦੀ ਹੀ 12ਵਾਂ ਗੱਦੀ ਨਸੀਨ ਸੀਗਾ ਇਹ, ਤਾਂ ਇਹਦਾ ਵੀ ਸਿਲਸਿਲਾ ਚਿਸ਼ਤੀ ਹੀ ਰਹੇਗਾ। ਔਰ ਮਾਨਵੀ ਸਰੀਰ ਲਈ ਇਹਨੇ ਚਰਖੇ ਦਾ ਪ੍ਰਤੀਕ ਵਰਤਿਆ ਹੈ। ਔਰ ਇਹਦੀ ਰਚਨਾ ਹੈ ਜਿਹੜੀ ਛੰਤ ਸਲੋਕ ਤੇ ਨਸੀਹਤਨਾਮਾ ਹੈ। ਔਰ ਇਹਦੀ ਕਲਮੀ ਲਿਖਤਾਂ ਹੈ ਜਿਹੜੀਆਂ, ਅਗਰ ਨਸੀਹਤਨਾਮੇ ਦੀ ਕਲਮੀ ਲਿਖਤ ਅਗਰ ਤੁਸੀਂ ਪੜ੍ਹਨੀ ਹੈ ਤਾਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅੰਦਰ ਆਪੇ ਹੀ ਹੋਈ ਹੈ ਬਈ। ਅਗਲਾ ਜਿਹੜਾ ਹੈ ਸੂਫੀ ਫਰੀਦ ਸਾਨੀ, ਜਿਹਨੂੰ ਕੀ ਸ਼ੇਖ ਬ੍ਰਹਮ ਵੀ ਕਹਿੰਦੇ ਆ ਬਈ। ਕਈ ਥਾਂ ਬਹਿਰਮ ਐਵੇਂ ਵੀ ਲਿਖਿਆ ਦਾ ਬਈ, ਆ ਰਿਹਾ ਬਈ। ਸਪੈਲਿੰਗ ਮਿਸਟੇਕ ਹੈ ਜਿਹੜੀ ਪੇਪਰ ਦੇ ਵਿੱਚ ਹੋ ਸਕਦੀ ਹੈ ਬਈ, ਕਿਉਂਕਿ ਕਾਲਜ ਲੈਕਚਰਰ ਦਾ ਜਿਹੜਾ ਪੇਪਰ ਆਇਆ ਸੀ ਉਸ ਵਿੱਚ ਸਪੈਲਿੰਗ ਮਿਸਟੇਕ ਬਹੁਤ ਜ਼ਿਆਦਾ ਸੀਗੀ। ਤੁਸੀਂ ਪੇਪਰ ਦੇਖ ਲਿਓ ਪਹਿਲਾਂ। ਪਰ ਸਪੈਲਿੰਗ ਮਿਸਟੇਕ ਦੇ ਨਾਲ ਨਾ ਪ੍ਰਸ਼ਨ ਜਿਹੜਾ ਜ਼ਿਆਦਾ ਸਪੈਲਿੰਗ ਮਿਸਟੇਕ ਹੋਊਗੀ ਤਾਂ ਹੀ ਡਿਲੀਟ ਹੋਊਗਾ, ਵਰਨਾ ਡਿਲੀਟ ਨਹੀਂ ਹੋਊਗਾ। ਭਾਵੇਂ 10ਵੀਂ ਬੋਰਡ ਦੇ ਪੇਪਰ ਛਪਦੇ ਆ, 12ਵੀਂ ਬੋਰਡ ਦੇ ਪੇਪਰ ਛਪਦੇ ਆ, ਰਾਜਸਥਾਨ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਕਿ ਉੱਥੇ ਸਪੈਲਿੰਗ ਮਿਸਟੇਕ ਹੁੰਦੀ ਹੈਗੀ ਹੈ। ਤਾਂ ਉਹ ਕੋਈ ਚੱਕਰ ਵਾਲੀ ਗੱਲ ਨਹੀਂ, ਤੁਹਾਨੂੰ ਜੁੜਦਾ ਸ਼ਬਦ ਹੈ ਜਿਹੜਾ
ਹੋਵੇਗਾ। ਪ੍ਰਸ਼ਨ ਦੇ ਵਿੱਚ ਸਪੈਲਿੰਗ ਮਿਸਟੇਕ ਹੈ, ਕੋਈ ਦਿੱਕਤ ਨਹੀਂ। ਉੱਤਰ ਦੇ ਵਿੱਚ ਸਪੈਲਿੰਗ ਮਿਸਟੇਕ ਨਹੀਂ ਹੋਊਗੀ। ਉੱਤਰ ਸਪੈਲਿੰਗ ਮਿਸਟੇਕ ਹੈ ਔਰ ਜੇ ਕਿਤੇ ਡਾਊਟ ਆ ਰਿਹਾ ਤਾਂ ਉਹ ਪ੍ਰਸ਼ਨ ਡਿਲੀਟ ਹੋ ਜਾਏਗਾ। ਪ੍ਰਸ਼ਨ ਤੋਂ ਅਗਰ ਬੱਚਾ ਸਮਝ ਰਿਹਾ, ਉਸਦਾ ਭਾਵ ਬਿਲਕੁਲ ਸਮਝ ਰਿਹਾ ਹੈ, ਤਾਂ ਕੀ ਕਹਿੰਦੇ ਆ ਕਿ ਉਹਨੂੰ ਸਹੀ ਮੰਨਿਆ ਜਾਊਗਾ। ਤੁਸੀਂ ਸੋਚੋ ਕਿ ਇੰਨੇ ਪ੍ਰਸ਼ਨ ਹੈ, ਇਸ ਹਿਸਾਬ ਨਾਲ ਤਾਂ ਜੇ ਕਰਦੇ ਤਾਂ ਕਾਲਜ ਲੈਕਚਰਰ ਚੋਂ 15% ਮੈਂ ਕਹਿੰਦਾ ਪੇਪਰ ਕੁਐਸਚਨ ਡਿਲੀਟ ਹੋ ਜਾਂਦੇ। ਤਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈਗਾ। ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੋਵੇ ਉਸ ਹਿਸਾਬ ਨਾਲ ਆਪਾਂ ਸਮਝ ਲੈਣਾ ਬਈ ਹਾਂ ਆਹੀ ਹੈਗਾ ਹੈ। ਤੇ ਇਸ ਵਿੱਚ ਕਈ ਜਗ੍ਹਾ ਬ੍ਰਹਮ ਲਿਖਿਆ, ਕਈਆਂ ਨੇ ਐਵੇਂ ਬ੍ਰਹਮ ਲਿਖਿਆ ਹੋਇਆ ਬਈ, ਉਹ ਕੋਈ ਨਹੀਂ। ਫਰੀਦ ਸਾਨੀ ਔਰ ਇਹ ਕੀ ਹੈ, 12ਵਾਂ ਗੱਦੀ ਨਸ਼ੀਨ ਹੈ ਬਈ। परंतु कान सिंह नाभा इनू 11वां मंदा है बई। कान सिंह नाभा कहना नहीं है 11वां हैगा है। और चिश्ती की कहते हैं सिलसिला है। विशा इहदे फरीद साहब वाले है बई। फरीद साहब का चेला सीगा अगे तो अगे। तो विशा की है फरीद साहब वाले है। और एक कहता की है कि नसीहतनामा मिलता है बई इनकी रचना। नसीहतनामा कई छंत मिलते हैं, श्लोक भी मिलते हैं। नसीहतनामा की है कि इनकी रचना मिलती हैगी है। और उनकी लिखत है जी पटियाला यूनिवर्सिटी लाहौर के पई है। ये तो नहीं पूछता परंतु वैसे ही दसे तुहानू। उस तो बाद अगर आप अगे गल करिए तो अगला जिहड़ा है वो है शाह बुरहानुद्दीन जानम है भाई। शाह बुरहानुद्दीन जानम है जिहड़ा वो अगला है। अगला सूफी वो की है चिश्ती सिलसिले तो संबंधित है। शाह बुरहानुद्दीन जानम चिश्ती सिलसिले तो संबंधित है। और उन्हें दोहड़े ते सिरफियां लिखियां भाई। दोहड़े ते सिरफियां है जो उसने लिखियां ने। जे उस तो बाद आप गल करिए तो आंदा है शाह हुसैन। शाह हुसैन के बारे आप कल है जो अपना विषय है जो शाह हुसैन है उस दे बारे आप पढ़ांगे। शाह हुसैन मलामतीया भी मलामती संप्रदाय तो संबंधित कृपाल कसेल ने उनके बारे कहा कि मलामती संप्रदाय तो संबंधित है। और मलामती की होंदा है, मलामती होंदा है कि लोकां तो निंदिया लवे। यह एक तरीका होंदा है। कई बाबे एवें है कि ना वो लोकां दी निंदिया दे भागी बनते हैं। ते शाह हुसैन की सी कि जिहड़ा भंग दे नशे च रहिंदा सीगा, नशे वगैरह करता सीगा और बस उस नचदा रहिंदा सीगा। परमात्मा दियां जिहड़ियां काफियां वो गांदा रहिंदा सीगा। काफी सब तो पहला गुरु नानक देव जी ने लिखी है परंतु उन्हें मकबूल जिहड़ा उन्होंने करवाया है वो करवाया शाह हुसैन ने। और बिल्कुल मौलिक रचना है शाह हुसैन ने। मौलिक प्रतीक उन्हें वरते है उसने शाह हुसैन ने भी। तां भंग के नशे दे विच नचिया करता सीगा। और जिहड़े भी लोग देखते कहते किहड़े बाबे है भंग पी के नची जाते हैं, उन्होंने इस चीज की कोई परवाह नहीं सी। वो सोचता सी तो चलो बढ़िया हो गया, लोग मेरी निंदिया कर रहे हैं, मेरे पाप धो रहे हैं और मेरे तो दूर हट रहे हैं। कई बाबे इस तरीके से अपनाते हैं बई लोग हुण मेरे तो दूर चले गए, अपना हुण एक ही काम है नचना नचना, उस परमात्मा का नाम जपना जपना। ऐसी शाह हुसैन मलामती निंदिया तो संबंधित भाई दुनिया तो टुट के ये दुनिया नाशावान है, इस तो टुट के उस परमात्मा दे नाल जुड़न की गल उन्हें की सी। इहदे बारे विस्तार रूप तो चर्चा करांगे आपां कल। फिर उस तो बाद जिहड़ा अगला कवि है वो दाना। दाना की सी वजीद दा समकाली सी भाई। वजीद के बारे भी आप विस्तार नाल पढ़ांगे। वजीद की जिहड़ी तुक है बड़ी पॉपुलर तुक हैगी है। वजीदा कौन साहिब नूं आखे इउं नहीं इंज कर बई परमात्मा अगे किसदा हैगा बई जोर। कौन परमात्मा नूं आखे नहीं परमात्मा जी एवें कर दो एवें कर दो एवें कर दो। कौन परमात्मा ने जो अपनी मर्जी है उस साबन करना है। वजीदा कौन साहिब नूं आखे इउं नहीं इंज कर। दाना की सीगा, दाना जिहड़ा सी वो वजीदे दा समकाली सीगा। वजीद दा वो समकाली सी। तां दाना ने की किया कि मूर्खनामा लिखे है। दाने की रचना है मूर्खनामा। और उहदे विच दाने ने कहा है दाना कौन मूर्ख नूं आखे इउं नहीं इंज कर। दाना कौन मूर्ख नूं आखे इउं नहीं इंज कर। जिवें कि वजीद साहब दी सी कौन साहिब नूं आखे इउं नहीं इंज कर। उनकी सेम टू सेम नकल मारती, एक प्रकार की मूर्खता ही की है उन्हें, क्योंकि किसी की इन्नी नकल भी ना मारो। पर वो बहुत बड़ा फैन सीगा दाना फरीद जी का। उन्हें एवें करता मूर्खनामा उन्हें लिखिया है। कौन मूर्ख नूं आखे उन्हें कहा भाई मूर्ख नूं कौन आखे बई एवें नहीं इदां कर लै। इस तरीके नाल लिखिया सीगा। तो इस कारण ही की करते जो भी तुसीं किसी नकल मारते हो ना तो फिर की कहते हैं कि उस मौलिकता खत्म हो जाती है और लोग तुहानूं
नहीं इन्ना वेटेज नहीं देणगे तुहानू बई। हाँ बहुत साल बाद अगर तुसी किसी दी जिवें टाइटल चुरा लेने, जिवें जानी टाइटल है जिहड़ा उन्हें जानी ने चुराया होया कि जानी टाइटल है जिहड़ा ये पहला तो ही बड़ा प्रसिद्ध रहा होया है, सूफी दे विच भी बहुत ज्यादा प्रसिद्ध रहा जानी टाइटल। उन्हें की किया, ये तो इन्ना बड़ा प्रसिद्ध टाइटल पुराने टाइम का सीगा भैया, इन्ना प्रसिद्ध टाइटल सी, इन्ना तकड़ा टाइटल सी, क्यों ना मैं इनू जोड़ ला अपने नाम नाल। पुराने टाइम च इन्ना प्रसिद्ध होया सी, हुण किहड़ा लोकां नू पता है किहड़े लोग पढ़दे पे है कुछ, तो उन्हें चक के नाम अपने नाम पिछे जानी जानी आ जानी हो, तो जानी जी हिट हो गए। तो वो एक अड गल है, क्योंकि इत्थे किते ना किते पॉपुलैरिटी है जिहड़ी वो लैण वास्ते लोग किदां करदे है, वो एक अड गल है बई। परंतु फिर उस तो अगे जे आपां गल करिए, अगले सूफी की गल करिए, तो वह है हाजी मुहम्मद भूरे वाला। हाजी मुहम्मद भूरे वाला जिन्हों की नौशा गंज बख्श भी कहते हैं, ये नौसाही सिलसिले तो संबंधित है और इनकी रचना हैगी है कुलियात नौसा। कुलियात नौसा है जिहड़ी इनकी वो रचना है। शाहजहां इसका बहुत ज्यादा फैन सी बई। शाहजहां का समकाली है और शाहजहां है कि हाजी मुहम्मद भूरे वाला जिन्हों की नौसा गंज बख्श भी कहते हैं, नौसाही सिलसिले तो संबंधित है, रचना कुलियात नौसा है और शाहजहां इसका बहुत बड़ा फैन सी। शाहजहां का यह समकाली सी बई, शाहजहां का यह समकाली सीगा। हुण अगला जे आपां गल करिए, अगला जिहड़ा सूफी है वह है मौलाना अब्दी। मौलाना अब्दी की सी बई? मौलाना अब्दी दी एक हैगी है, तुसी अगर लाइन सुनी होवे, दिल दरिया समुद्रों डूंगे कौन, दिल दरिया समुद्रों डूंगे कौन दिलां दियां जाने, ये मौलाना अब्दी दी अब्दी दी है बई। मौलाना अब्दी फेमस तुक है, फेमस तुक अगर आंदी है तो पर्सन ही बनता है। मौलाना अब्दी दी आ तुक किंदी है बई, दिल दरिया समुद्रों डूंगे कौन दिलां दियां जाने, ये इनकी तुक है, पॉपुलर तुक है हजे तक। और जहांगीर के समय पैदा होया सी बई, जहांगीर के समय पैदा होया और औरंगजेब के समय इनकी मौत हुई। औरंगजेब के समय आ मरिया सीगा। और इनकी रचना है बाग अनवा, रचना इनकी है बाग अनवा, इनकी रचना है भाई। यह चीज आपां नूं मोटा मोटा की है कि जो मौलाना अब्दी है उनके बारे पता होना चाहिए। उस तो बाद बाहू की गल करांगे भाई, सुल्तान बाहू दी। यह भी की कहते हैं कि अपने सिलेबस के अंदर है, सुल्तान बाहू टाइटल दे के लिखिया हुआ है, तो सुल्तान बाहू बारे विस्तार नाल चर्चा करांगे, दे नाम तो लैके हर एक इनकी रचना बारे। उस तो बाद है शाह मुराद। शाह मुराद है जिहड़ा वो 17वीं सदी का है बई सूफी, और एक कादरी सिलसिले नाल संबंधित है। इन्हें सतवारा भी लिखा है, बैंत भी लिखी है, गजल 12 माह भी लिखी है, और इस तो अलावा उनकी होर भी रचनावां ने। शाह मुराद 17वीं सदी, कादरी सिलसिले तो संबंधित सतवारा, बैंत, गजल 12 माह और इनकी रचनावां ने। आबे हयात मुराद और फिर चरखा शाह मुराद, गुलजार शाह मुराद, नूरनामा है जिहड़ी, ये इनदियां रचनावां ने बई। पर गुरदेव सिंह की कहता है कि इनू कहता है कि यह पंजाबी गजल का बानी है। पंजाबी गजल का बानी शाह मुराद कौन कहता है? गुरदेव सिंह। गुरदेव सिंह ने कहा कि पंजाबी गजल का अगर तुसी बानी कहो, बानी मतलब शुरुआत करने वाला, शुरू शुरू चों बनने वाला, बानी शुरुआत करने वाला जिन्हें मूर्त किया। पंजाबी गजल का बानी है जिहड़ा वो है शाह मुराद। फिर उस तो बाद जिहड़ा अगला सूफी है वो है शाह सरफ बटालवी। शाह सरफ बटालवी ने जिहड़ी रचना है वो सूत्रनामा, सूत्र उठ नूं कहंदे हैं बई, उठ नूं। सूत्रनामा एक बिरहा प्रधान रचना हैगी है, क्योंकि देखो पहला की हुंदा सी कि जिहड़े लोग सी वो उठां दे उत्ते जाया करदे सी बई। जिहड़ी अबोहर साइड की अगर आप गल कर लीए, राजस्थान साइड की गल कर लीए, जो रतीला एरिया है या खुश्क जिहड़ा हैगा एरिया, उहदे विच उठां दी बड़ी वरतों हुई है। उठां उत्ते चढ़ के जिहड़े बंदे सी वो चले जाया करदे सीगे वपार लई दूर किते, और फिर बाद चों आया करदे सी तां उहनां दे पिछे की कहंदे आ जिहड़ी उहनां दी पत्नी सी वो बिरहा भोगदी सीगी।
ਤਾਂ ਇਸ ਕਹਾਣੀ ਨੇ ਸੂਤਰਨਾਮਾ ਲਿਖਿਆ ਤੇ ਕੋਈ ਪਤੀ ਪਤਨੀ ਦੀ ਗੱਲ ਨਹੀਂ ਕੀਤੀ, ਕਿਉਂਕਿ ਇੱਥੇ ਪਤੀ ਪਤਨੀ ਰਾਹੀਂ ਪਤਨੀ ਆਤਮਾ ਰੂਪੀ ਪਤਨੀ और पति है परमेश्वर ਨੂੰ ਮੰਨਿਆ ਹੈ ਸੂਫੀਆਂ ਨੇ। ਤਾਂ ਇੱਥੇ ਬਿਰਹਾ ਜਿਹੜੀ ਆ ਰਚਨਾ ਹੈ ਇਸ ਵਿੱਚ ਬਿਰਹਾ ਹੈ, और बिरहा कौन हंडा रहा है? आत्मा हंडा रही है परमात्मा तो बिना। सूत्रनामा ਦੇ ਅੰਦਰ ਆ ਹੈ सूत्र उठ ਨੂੰ ਕਹਿੰਦੇ ਹੈ, ਉਸ ਰਾਹੀਂ ਉਹ ਉਦਾਹਰਣ ਨਾਲ ਉਸ ਪ੍ਰਤੀਕ ਰਾਹੀਂ ਸਮਝਾਇਆ ਗਿਆ ਹੈ ਇਸ ਦੇ ਵਿੱਚ। ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਹੈ शेख मोहम्मद जलूद्दीन शाह बटालवी भाई। फजलुद्दीन शाह बटालवी याद रख लियो भाई, जे इन्ना बड़ा नाम ना याद रखे। शेख मोहम्मद फजलुद्दीन शाह बटालवी, इन्ना बड़े नाम जी भाई फजलुद्दीन रख लियो। फजलुद्दीन शाह बटालवी ਇਹ ਕੀ ਸੀਗਾ कि कादरी तो संबंधित सीगा, कादरी सिलसिला उस तो संबंधित है। फौजी बनना चाहता सी, घरों निकलिया फौजी बनने वास्ते, फौज भर्ती होने वास्ते, परंतु रास्ते सूफी लोग मिल गए बई, तो सूफिया की भी उस पर चढ़ाई तकड़ी सी, तो सूफी बन गया बई। हीर रांझे का इन्हें प्रतीक वरत्या है। और इस तो बाद बुल्ले शाह ते अली हैदर, शाह हुसैन, सुल्तान बाहू, वजीद, बुल्ले शाह, अली हैदर, इन्हां बारे आपां थोड़ा विस्तार नाल चर्चा करांगे, क्योंकि आ जिहड़े सूफी ने थोड़ा इन्हां दा नाम है ज़्यादा वड्डा है, वड्डे सूफी होए ने और अपने सिलेबस दे विच भी दिता होया है। ते कल आपां